मैं कोझी मेरा दिलबर सोहना, मैं क्यों कर उसनू पावां। वेड़े साडे वड़दा नाही, पई लख वसीले पावां। ना मैं सोनी ना दौलत पल्ले, मैं की कर यार मनावां। ए दुख हमेशा रैसी बाहो, रोंदड़ी मर जावां। ए दुख हमेशा रैसी बाहो, रोंदड़ी मर जावां। महिमा शब्द स्वरूप सतगुरु की वचन नौवां शब्द पहले। आन तन 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 प्यारे, क्या कहूँ महिमा शब्द की। जो परचे है शब्द से, सो जाने महिमा शब्द की। तन 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 प्यारे, क्या कहूँ महिमा शब्द की। जो परचे हैं शब्द से, सो जाने महिमा शब्द की। ਇਹ ਬਾਣੀ ਸ੍ਰੀ ਹਜ਼ੂਰ स्वामी जी महाराज दी है। संत महात्मा मालिक दे प्यारे किसी भी जवाने अंदर आए, किसी समाज अंदर पैदा होए, सब महात्मा सानू यही समझाउंदे गए कि जिस परमात्मा दी सानू तलाश है, जिस परमात्मा दी साडी आत्मा अंश है, वो परमात्मा बाहर नहीं, वो परमात्मा साडी देह और वजूद दे अंदर है। क्योंकि साडी आत्मा तो प्योर सी, पवित्र सी, लेकिन मन का साथ लैके ये अति गंदी और मैली हो गई है। अपने घर नूं भुल गई है, अपने असल नूं भुल गई है। मन और आत्मा की गंढ बज गई है। मन जो है ये जड़ है, आत्मा चेतन है। असी कहांगे कि चेतन जो है ये जड़ दे किस तरह वस विच पै गई है। मन का अपना कोई वजूद नहीं, अपनी कोई ताकत नहीं। जिस तरह दरखत के उपर अमर बेल हुंदी है, ओदी जमीन के उपर अपनी कोई जड़ नहीं हुंदीगी, जमीन तो कोई सतह प्राप्त नहीं कर रही हुंदीगी, सिर्फ दरखत के उपरों वो सतह प्राप्त करके दरख्त नूं कमजोर कर लेंदी है। इस तरह मन आत्मा तो ताकत लैके आत्मा नूं ही कमजोर करी बैठा है। इस वास्ते संत महात्मा जद भी आउंदे है वो सानू समझाउंदे है कि जिस टाइम बदलां दे विचों बारिश हुंदी है, वो पानी कितना साफ प्योर हुंदा है, लेकिन जद वो बरसात बन के जमीन ते आउंदा है, गंदगी वगैरह का साथ लैंदा है, उस पानी दे विचों बदबू आउणी शुरू हो जाती है। पानी तो साफ सी, प्योर सी, पवित्र सी जद बदलों दे विचों बरसिया, लेकिन गंद का साथ लैके वो भी गंद ही बन गया। जदों उसनूं सूरज की तपश मिलती है
ਉਸ ਵੇਲੇ ਉਹ ਪਾਣੀ ਸਿੱਧਾ ਬਖਾਰਾਤ ਬਣ ਕੇ ਬੱਦਲਾਂ ਵਿੱਚ ਹੀ ਸਮਾ ਜਾਂਦਾ ਹੈ। ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਮੈਂ ਤਾਂ ਐਵੇਂ ਆਪਣੇ ਆਪ ਨੂੰ ਇੱਕ ਗੰਦਗੀ ਦਾ ਹਿੱਸਾ ਸਮਝਦਾ ਸੀ, ਮੈਂ ਤਾਂ ਪਹਿਲਾਂ ਵੀ ਪਿਓਰ ਸੀ, ਹੁਣ ਵੀ ਪਿਓਰ ਹਾਂ। ਇਸੇ ਤਰ੍ਹਾਂ ਜਦ ਸਾਡੀ ਆਤਮਾ ਉਹ ਸ਼ਬਦ ਨਾਮ ਦੇ ਨਾਲ ਜੁੜਦੀ ਹੈ, ਇਸ ਨੂੰ ਸ਼ਬਦ ਦੀ ਤਪਸ਼ ਮਿਲਦੀ ਹੈ, ਜਿਵੇਂ ਜਿਵੇਂ ਅਸੀਂ ਸ਼ਬਦ ਨਾਮ ਦੀ ਕਮਾਈ ਕਰਦੇ ਹਾਂ, ਸਾਡੇ ਅੰਦਰੋਂ ਜੋ ਵੀ ਗੰਦੀਆਂ ਮੈਲਾਂ ਹਨ, ਕਿਹੜੀਆਂ ਮੈਲਾਂ ਹੈ, ਕਾਮ ਦੀ ਮੈਲ ਹੈ, ਕ੍ਰੋਧ ਦੀ ਮੈਲ ਹੈ, ਲੋਭ ਮੋਹ ਹੰਕਾਰ ਦੀ ਮੈਲ ਹੈ, ਇਹ ਬੜੀਆਂ ਹੀ ਜੀਵ ਨੂੰ ਪਰੇਸ਼ਾਨ ਚੀਜ਼ਾਂ ਲੱਗੀਆਂ ਹੋਈਆਂ ਹੈ। ਜੀਵ ਸਾਰੀ ਜ਼ਿੰਦਗੀ ਆਤਮਾ ਇਸੇ ਵਿੱਚ ਹੀ ਉਲਝੀ ਬੈਠੀ ਹੈ। ਸਾਨੂੰ ਪਤਾ ਹੀ ਹੈ ਕਿ ਸਾਡੀ ਆਤਮਾ ਮਨ ਦੇ ਅਧੀਨ ਹੈ, ਇੰਦਰੀਆਂ ਦੇ ਅਧੀਨ ਸਾਡਾ ਮਨ ਹੈ। ਮਨ ਵੀ ਕੋਈ ਛੋਟੀ ਜੀ ਤਾਕਤ ਨਹੀਂ ਗੀ, ਇਹ ਵੀ ਬ੍ਰਹਮ ਦੀ ਅੰਸ਼ ਹੈ। ਇਸ ਨੂੰ ਕਦ ਪਤਾ ਲੱਗਦਾ ਹੈ ਕਿ ਮੈਂ ਬ੍ਰਹਮ ਦੀ ਅੰਸ਼ ਹਾਂ, ਮੈਂ ਵੀ ਬਹੁਤ ਤਕੜੀ ਤਾਕਤ ਹਾਂ? ਜਦ ਆਪਣੇ ਘਰ ਜਾ ਵੜਦਾ ਹੈ, ਕਿਉਂਕਿ ਸਾਡੀ ਆਤਮਾ ਦੇ ਉੱਪਰ ਪਹਿਲਾਂ ਅਸਥੂਲ ਪੜਦਾ ਹੈ, ਇਸ ਦੇ ਅੰਦਰ ਸੂਖਸ਼ਮ ਹੈ, ਉਸ ਦੇ ਅੰਦਰ ਕਾਰਨ ਹੈ। ਜਿਸ ਤਰ੍ਹਾਂ ਇੱਕ ਪਿੰਜਰੇ ਦੇ ਅੰਦਰ ਦੂਸਰਾ ਪਿੰਜਰਾ ਹੈ, ਦੂਸਰੇ ਦੇ ਅੰਦਰ ਤੀਸਰਾ ਹੈ। ਜਦ ਅਸੀਂ ਉਹਨਾਂ ਪਿੰਜਰਿਆਂ ਨੂੰ ਅਲੱਗ-ਅਲੱਗ ਕਰਦੇ ਹਾਂ, ਫਿਰ ਸਾਨੂੰ ਪਤਾ ਹੈ ਕਿ ਇਹ ਤੋਤਾ ਜਿਹੜਾ ਹੈ ਆਤਮਾ ਸਾਡੀ, ਇਹ ਐਵੇਂ ਇਸ ਪਿੰਜਰੇ ਦੇ ਨਾਲ ਪਿਆਰ ਪਾ ਕੇ ਕਦੇ ਦੁੱਖ ਦੀ ਬੋਲੀ ਬੋਲਦੀ ਹੈ, ਕਦੇ ਸੁੱਖ ਦੀ ਬੋਲੀ ਬੋਲਦੀ ਹੈ। ਅਗਰ ਇਹ ਪਿੰਜਰੇ ਦਾ ਸਾਥ ਛੱਡੇ ਔਰ ਉਸ ਅਨਹਦ ਸ਼ਬਦ ਨਾਮ ਦਾ ਚੋਗਾ ਚੁਗੇ, ਇਹ ਸੰਸਾਰ ਦੇ ਵਿੱਚ ਇੱਕੋ ਵਾਰੀ ਆਵੇ ਔਰ ਉਡਾਰੀ ਮਾਰ ਕੇ ਆਪਣੇ ਦੇਸ਼ ਪਹੁੰਚ ਜਾਵੇ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਜਦ ਅਸੀਂ ਸ਼ੁਰੂ ਦੇ ਵਿੱਚ ਸੰਤਾਂ ਦੀ ਬਤਾਈ ਹੋਈ ਜੁਗਤੀ ਦੇ ਮੁਤਾਬਕ ਤੀਸਰੇ ਤਿਲ ਦੇ ਉੱਤੇ ਦੋਨਾਂ ਪ੍ਰਵਟਿਆਂ ਦੇ ਦਰਮਿਆਨ ਆਪਣੇ ਖਿਆਲ ਨੂੰ ਇਕਾਗਰ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਰਸਤਾ ਜੋ ਹੈ, ਕਿਉਂਕਿ ਸਰੀਰ ਨੂੰ ਕਿਸੇ ਮਹਾਤਮਾ ਨੇ 10 ਦਰਵਾਜ਼ਿਆਂ ਵਾਲਾ ਕਰਕੇ ਬਿਆਨ ਕਰ ਦਿੱਤਾ, ਕਿਸੇ ਨੇ 9 ਦਰਵਾਜ਼ਿਆਂ ਵਾਲਾ ਕਰਕੇ ਬਿਆਨ ਕਰ ਦਿੱਤਾ, ਕਿਉਂਕਿ ਜਿਹੜੇ 9 ਰਸਤੇ ਹੈ, ਦਰਵਾਜ਼ੇ ਹੈ, ਇਹ ਦੁਨੀਆ ਦੀ ਤਰਫ ਬਾਹਰ ਦੀ ਤਰਫ ਖੁੱਲਦੇ ਹੈ। ਜੋ 10ਵਾਂ ਦਰਵਾਜ਼ਾ ਹੈ ਉਹ ਅੰਦਰ ਦੀ ਤਰਫ ਖੁੱਲਦਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ 9 ਦਰਵਾਜ਼ੇ ਕਾਇਆ ਕੋਟ ਗੜ 10ਵਾਂ ਗੁਪਤ ਰਖੀਜਾ। ਇਹ ਸਾਡਾ ਜਿਹੜਾ ਸਰੀਰ ਹੈ ਇਹ ਬੜਾ ਖੂਬਸੂਰਤ ਸ਼ਹਿਰ ਹੈ। ਇਸ ਦੇ 9 ਦਰਵਾਜ਼ੇ ਹਨ ਜੋ ਬਾਹਰ ਦੀ ਤਰਫ ਖੁੱਲਦੇ ਹੈ। 2 ਅੱਖਾਂ ਦੇ ਸੁਰਾਖ ਹੈ, 2 ਨੱਕ ਦੇ ਸੁਰਾਖ ਹੈ, 2 ਕੰਨਾਂ ਦੇ ਸੁਰਾਖ ਹੈ ਔਰ ਮੂੰਹ ਹੈ, ਹੇਠ 2 ਇੰਦਰੀਆਂ ਦੇ ਸੁਰਾਖ ਹੈ। ਇਹਨਾਂ ਦੇ ਰਸਤੇ ਸਾਡੀ ਆਤਮਾ ਬਾਹਰ ਦੁਨੀਆ ਦੇ ਅੰਦਰ ਫੈਲੀ ਹੋਈ ਹੈ। ਇੱਥੇ ਬੈਠੇ ਕਦੇ ਔਲਾਦ ਦਾ ਖਿਆਲ ਆਉਂਦਾ ਹੈ, ਕਦੇ ਦਫ਼ਤਰ ਦੇ ਦੀਆਂ ਮਿਸਲਾਂ ਦਾ ਖਿਆਲ ਆਉਂਦਾ ਹੈ, ਕਦੇ ਦੁਕਾਨ ਦੇ ਗਾਹਕਾਂ ਦਾ ਖਿਆਲ ਆਉਂਦਾ ਹੈ। ਸਾਨੂੰ ਪਤਾ ਹੀ ਹੈ ਜਿਹਦਾ ਖਿਆਲ ਆਉਂਦਾ ਹੈ ਉਹਦਾ ਧਿਆਨ ਵੀ ਆਪਣੇ ਆਪ ਹੀ ਅੱਖਾਂ ਦੇ ਅੱਗੇ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਮਹਾਤਮਾ ਨੂੰ ਪਤਾ ਹੈ ਕਿ ਪਾਣੀ ਦੀ ਮਾਰੀ ਖੇਤੀ ਪਾਣੀ ਦੇ ਨਾਲ ਹੀ ਹਰੀ ਹੋ ਸਕਦੀ ਹੈ। ਉਹਨਾਂ ਨੂੰ ਪਤਾ ਹੈ ਕਿ ਸਿਮਰਨ ਦੀ ਆਦਤ ਸਾਨੂੰ ਹਰ ਜਨਮ ਦੇ ਵਿੱਚ ਪਈ ਹੋਈ ਹੈ। ਸਿਮਰਨ ਹੀ ਸਾਨੂੰ ਇਸ ਦੁਨੀਆ ਦੇ ਅੰਦਰ ਲਿਆ ਕੇ ਫਸਾਈ ਬੈਠਾ ਹੈ। ਤੋ ਮਹਾਤਮਾ ਸਾਨੂੰ ਆਪਣਾ ਕਮਾਇਆ ਹੋਇਆ ਸਿਮਰਨ, ਜਿਹਦੇ ਪਿੱਛੇ ਉਹਨਾਂ ਦੀ ਤਾਕਤ ਕੰਮ ਕਰਦੀ ਹੈ, ਚਾਰਜਿੰਗ ਕੰਮ ਕਰਦੀ ਹੈ। ਮਹਾਤਮਾ ਕੋਈ ਸਾਨੂੰ ਕਿਤਾਬੀ ਸਿਮਰਨ ਨਹੀਂ ਦਿੰਦੇਗੇ, ਇਸ ਵਾਸਤੇ ਉਹ ਆਪਣਾ ਕਮਾਇਆ ਹੋਇਆ ਨਾਮ ਦਿੰਦੇ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਗੁਰਮੁਖ ਕੋਟ ਉਧਾਰਦਾ ਦੇ ਨਾਮ ਇੱਕ ਕਣੀ। ਆਪ ਕਹਿਣ ਲੱਗੇ ਉਹ ਆਪਣੇ ਕਮਾਏ ਹੋਏ ਨਾਮ ਦੇ ਵਿੱਚੋਂ ਕਣੀ ਵੀ ਬਖਸ਼ ਦਿੰਦਾ ਹੈ ਤਾਂ ਅਨੇਕਾਂ ਹੀ ਜੀਵਾਂ ਦਾ ਆਧਾਰ ਹੋ ਜਾਂਦਾ ਹੈ, ਉਹ ਵਾਪਸ ਆਪਣੇ ਘਰ ਪਹੁੰਚ ਜਾਂਦੇ ਹੈ। ਇਸ ਵਾਸਤੇ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਨਾਮ ਕੋਈ ਲਫ਼ਜ਼ ਨਹੀਂ, ਅਗਰ ਲਫ਼ਜ਼ ਨਾਮ ਹੋਵੇ ਤਾਂ ਛੋਟੀ ਜਿਹੀ ਇੱਕ ਲੜਕੀ ਵੀ ਨਾਮ ਦੇ ਸਕਦੀ ਹੈ। ਨਾਮ ਤਵੱਜੋ ਹੁੰਦੀ ਹੈ, ਨਾਮ ਸੰਭਾਲ ਹੁੰਦੀ ਹੈ। ਹੁਣੇ ਪਾਠੀ ਜੀ ਨੇ ਤੁਹਾਡੇ ਅੱਗੇ ਹਜ਼ਰਤ ਬਾਹੂ ਦਾ ਕਲਾਮ ਪੜ੍ਹਿਆ ਸੀਗਾ ਕਿ ਮੁਰਸ਼ਿਦ ਕੀ ਕਰਦਾ ਹੈ। ਉਹ ਸਾਨੂੰ ਇੱਥੇ ਵੀ ਸ਼ਾਂਤੀ ਨਾਲ ਰਹਿਣ ਦਾ ਸਾਧਨ ਔਰ ਤਰੀਕਾ ਦੱਸਦਾ ਹੈ। ਉਸ ਤੋਂ ਬਾਅਦ ਸਾਡਾ ਇੱਥੇ ਵੀ ਉਹ ਪਰਦੇ ਦੇ ਪਿੱਛੇ ਇੰਤਜ਼ਾਮ ਕਰਦਾ ਹੈ, ਪਰਦੇ ਦੇ ਪਿੱਛੇ ਸਾਡੀ ਸੰਭਾਲ ਕਰਦਾ ਹੈ। ਜੋ ਕਰਮ ਅਸੀਂ ਭੈੜੇ ਖੋਟੇ ਕਰ ਚੁੱਕੇ ਹਾਂ, ਜਿਹੜੇ ਅਸੀਂ ਹਜ਼ਾਰਾਂ ਬਰਸਾਂ ਦੇ ਵਿੱਚ ਵੀ ਭੁਗਤ ਨਹੀਂ ਰਹੇ ਸਕਦੇਗੇ, ਉਹ ਆਪਣੀ ਦਇਆ ਦ੍ਰਿਸ਼ਟੀ ਦੇ ਨਾਲ ਥੋੜੇ ਜਿਹੇ ਸਾਨੂੰ ਤਕਲੀਫ ਦੇ ਨਾਲ ਹੀ ਕੱਟ ਦਿੰਦਾ ਹੈ। ਕੁਛ ਸਾਨੂੰ ਭੁਗਤਾ ਦਿੰਦਾ ਹੈ, ਕੁਛ ਆਪਣੀ ਦਇਆ ਦੇ ਨਾਲ ਉਹ ਸਾਡੇ ਕੱਟ ਦਿੰਦਾ ਹੈ।
ਇਸ ਵਾਸਤੇ ਆਪ ਕਹਿੰਦੇ ਕਿ ਮੁਰਸ਼ਿਦ ਸਾਡੀ ਉਹ ਇੱਥੇ ਵੀ ਰਖਵਾਲੀ ਕਰਦਾ ਹੈ, ਅੱਗੇ ਉਹ ਸਾਡਾ ਰਸਤਾ ਵੀ ਖੋਲਦਾ ਹੈ। ਅਗਰ ਸਾਡੇ ਗੁਰੂ ਨੇ ਸਾਡੇ ਵਾਸਤੇ ਕੁਝ ਵੀ ਨਹੀਂ ਕੀਤਾ, ਹਜ਼ਰਤ ਬਾਹੂ ਕਹਿੰਦੇ ਉਸ ਨੂੰ ਵਗਦੀ ਨਦੀ ਦੇ ਵਿੱਚ ਸਿੱਟ ਦਿਓ, ਕਿਉਂਕਿ ਉਹ ਅੰਨਾ ਹੈ। ਜਿਹੜਾ ਖੁਦ ਅੰਨਾ ਹੈ ਉਹ ਸਾਨੂੰ ਕੀ ਦੱਸ ਸਕਦਾ ਹੈ। ਜਿਸ ਤਰ੍ਹਾਂ ਅੰਨਿਆਂ ਨੇ ਹਾਥੀ ਤਾਂ ਦੇਖ ਲਿਆ, ਉਹਦਾ ਕੋਈ ਪਤਾ ਨਿਸ਼ਾਨ ਜਾਂ ਰੰਗ ਨਹੀਂ ਦੱਸ ਸਕਦੇਗੇ। ਇਸੇ ਤਰ੍ਹਾਂ ਅਗਰ ਅੱਖੀਆਂ ਵਾਲੇ ਨੇ ਹਾਥੀ ਦੇਖਿਆ ਹੋਏਗਾ, ਉਸ ਦਾ ਪਤਾ ਨਿਸ਼ਾਨ ਰੰਗ ਰੂਪ ਸਭ ਕੁਝ ਹੀ ਦੱਸੇਗਾ। ਇਸੇ ਤਰ੍ਹਾਂ ਉਹ ਪਰਮਾਤਮਾ ਜਦੋਂ ਆਤਮਾ ਅਤੀ ਦੁਖੀ ਹੋ ਜਾਂਦੀ ਹੈ ਔਰ ਆਪਣੇ ਆਪ ਨੂੰ ਦੁੱਖਾਂ ਦੇ ਵਿੱਚ ਘੇਰ ਲੈਂਦੀ ਹੈ, ਦਿਨ ਰਾਤ ਫਰਿਆਦਾਂ ਕਰਦੀ ਹੈ, ਉਹਨਾਂ ਆਤਮਾ ਦੀ ਫਰਿਆਦ ਸੁਣ ਕੇ ਉਹ ਪਰਮਾਤਮਾ ਇਨਸਾਨ ਦੇ ਚੋਲੇ ਵਿੱਚ ਆਉਂਦਾ ਹੈ। ਕਿਉਂਕਿ ਅਸੀਂ ਇਨਸਾਨ ਹੈ, ਇਨਸਾਨ ਦਾ ਟੀਚਰ ਕੇਵਲ ਇਨਸਾਨ ਹੀ ਹੋ ਸਕਦਾ ਹੈ। ਅਗਰ ਉਹ ਮੱਝਾਂ ਗਾਈਆਂ ਦੇ ਚੋਲੇ ਵਿੱਚ ਆਉਂਦਾ, ਆਪਾਂ ਉਹਦੀ ਬੋਲੀ ਨਾ ਸਮਝ ਸਕਦੇ। ਅਗਰ ਉਹ ਦੇਵੀ ਦੇਵਤਾ ਜਾਂ ਕੋਈ ਫਰਿਸ਼ਤਾ ਬਣ ਕੇ ਆਉਂਦਾ, ਆਪਾਂ ਉਸ ਨੂੰ ਦੇਖ ਨਾ ਸਕਦੇ। ਜਿੰਨਾ ਚਿਰ ਆਪਣੇ ਵਰਗਾ ਇਨਸਾਨ ਨਾ ਬਣੇ, ਉਹਨਾਂ ਚਿਰ ਆਪਾਂ ਕਿਸ ਤਰ੍ਹਾਂ ਸਮਝ ਸਕਦੇ ਹਾਂ। ਇੱਕ ਮਿਸਾਲ ਮਹਾਤਮਾ ਬੜੀ ਦੇ ਕੇ ਸਮਝਾਉਂਦੇ ਹੁੰਦੇ ਸਨ ਮਹਾਰਾਜ ਸਾਵਣ ਸਿੰਘ ਜੀ। ਉਹ ਕਹਿੰਦੇ ਹੁੰਦੇ ਸੀ, ਜਿਸ ਤਰ੍ਹਾਂ ਕਿਸੇ ਦੇ ਬੱਚੇ ਨੂੰ ਕੋਈ ਖਾਨਾ ਬਦੋਸ਼ ਚੁੱਕ ਲੈ ਜਾਂਦੇ ਹੈ। ਖਾਨਾ ਬਦੋਸ਼ ਉਹਨਾਂ ਲੋਕਾਂ ਨੂੰ ਕਹਿੰਦੇ ਹੈ ਜਿਨ੍ਹਾਂ ਦੀ ਕਦੇ ਕਿਤੇ ਝੌਂਪੜੀ ਹੈ, ਕਦੇ ਕਿਤੇ ਝੌਂਪੜੀ ਹੈ। ਵਿਚਾਰੇ ਸਾਰੀ ਜ਼ਿੰਦਗੀ ਦੇ ਵਿੱਚ ਕੋਈ ਆਪਣਾ ਮਕਾਨ ਨਹੀਂ ਬਣਾ ਸਕਦੇਗੇ, ਕੋਈ ਉਹਨਾਂ ਕੋਲੇ ਜਾਇਦਾਦ ਨਹੀਂ ਹੁੰਦੀਗੀ। ਉਹ ਖਾਨਾ ਬਦੋਸ਼ ਜਦ ਕਿਸੇ ਅੱਛੇ ਛੇੜ ਸ਼ਾਹੂਕਾਰ ਦੇ ਬੱਚੇ ਨੂੰ ਲੈ ਜਾਂਦੇ ਆ ਚੁੱਕ ਕੇ, ਉਹ ਬੱਚਾ ਉਹਨਾਂ ਦੇ ਵਿੱਚ ਹੀ ਰਹਿੰਦਾ ਹੈ, ਉਹਨਾਂ ਦੀ ਬੋਲੀ ਬੋਲਦਾ ਹੈ, ਉਹਨਾਂ ਹੀ ਦੁੱਖਾਂ ਮੁਸੀਬਤਾਂ ਨੂੰ ਉਹ ਖੁਸ਼ੀ-ਖੁਸ਼ੀ ਝੇਲਦਾ ਰਹਿੰਦਾ ਹੈ। ਉਸ ਨੂੰ ਪਤਾ ਨਹੀਂ ਕਿ ਮੈਂ ਕਿਸੇ ਸ਼ਾਹੂਕਾਰ ਦਾ ਬੇਟਾ ਹਾਂ, ਮੇਰਾ ਘਰ ਬਹੁਤ ਅੱਛਾ ਹੈ। ਲੇਕਿਨ ਜਦ ਉਸ ਦੇ ਪਿਤਾ ਨੂੰ ਪਤਾ ਲੱਗ ਜਾਂਦਾ ਹੈ ਸ਼ਾਹੂਕਾਰ ਨੂੰ, ਉਹ ਕੀ ਕਰਦਾ ਹੈ, ਉਹਨਾਂ ਖਾਨਾ ਬਦੋਸ਼ਾਂ ਜੈਸਾ ਭੇਸ ਧਾਰ ਲੈਂਦਾ ਹੈ। ਉਹਨਾਂ ਖਾਨਾ ਬਦੋਸ਼ਾਂ ਦੇ ਵਿੱਚ ਆ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੈ, ਉਹੀ ਬੋਲੀ ਬੋਲਦਾ ਹੈ। ਉਹ ਚਾਹੁੰਦਾ ਹੈ ਕਿ ਮੈਂ ਆਪਦੇ ਬੇਟੇ ਨੂੰ ਸਮਝਾਵਾਂ ਕਿ ਤੇਰਾ ਤਾਂ ਬਹੁਤ ਬੜਾ ਘਰ ਹੈ, ਤੂੰ ਤਾਂ ਬਹੁਤ ਉੱਚੇ ਰਾਜ ਘਰਾਣੇ ਦਾ ਮਾਲਕ ਹੈ, ਤੂੰ ਕਿਉਂ ਐਵੇਂ ਇਹਨਾਂ ਲੋਕਾਂ ਦੇ ਵਿੱਚ ਪਰੇਸ਼ਾਨ ਹੋਇਆ ਫਿਰਦਾ ਹੈ। ਲੇਕਿਨ ਉਹ ਬੱਚੇ ਨੇ ਘਰ ਨੂੰ ਜਾਣ ਨੂੰ ਤਾਂ ਕੀ ਤਿਆਰ ਹੋਣਾ ਸੀ, ਆਪਣੇ ਪਿਤਾ ਦੀ ਬਾਤ ਸੁਣਨ ਵਾਸਤੇ ਵੀ ਉਹ ਤਿਆਰ ਨਹੀਂ ਹੁੰਦਾਗਾ। ਸਾਨੂੰ ਪਤਾ ਹੀ ਹੈ ਕਿ ਜੈਸੀ ਸੰਗਤ ਵੈਸੀ ਰੰਗਤ। ਅਗਰ ਅਸੀਂ ਅੱਛੀ ਸੰਗਤ ਕਰਾਂਗੇ ਤਾਂ ਵੈਸੀ ਸਾਨੂੰ ਰੰਗਤ ਆਉਣੀ ਸ਼ੁਰੂ ਹੁੰਦੀ ਹੈ। ਕਿਉਂਕਿ ਜੂਏ ਬਾਜਾਂ ਸ਼ਰਾਬੀਆਂ ਕਬਾਬੀਆਂ ਦੀ ਸੰਗਤ ਕਰਾਂਗੇ, ਸਾਡੇ ਅੰਦਰ ਸ਼ਰਾਬ ਕਬਾਬ ਪੀਣ ਦੀ ਆਦਤ ਪੈ ਜਾਏਗੀ। ਅਗਰ ਨਾਮ ਜਪਣ ਵਾਲਿਆਂ ਦੀ ਸੰਗਤ ਔਰ ਸੁਹਬਤ ਦੇ ਵਿੱਚ ਜਾਵਾਂਗੇ, ਸਾਡੇ ਦਿਲ ਅੰਦਰ ਵੀ ਨਾਮ ਜਪਣ ਦਾ ਸ਼ੌਕ ਬਿਰੇ ਤੜਪ ਪੈਦਾ ਹੋ ਜਾਏਗੀ। ਇਸੇ ਤਰ੍ਹਾਂ ਜਦ ਉਹ ਬੇਟਾ ਜਿਹੜਾ ਭੁੱਲ ਚੁੱਕਿਆ ਸੀਗਾ, ਭੁੱਲੜ ਸੀਗਾ, ਉਸ ਨੇ ਆਪਦੇ ਪਿਤਾ ਦੀ ਜਦ ਰੋਜ਼-ਰੋਜ਼ ਸੁਹਬਤ ਕੀਤੀ, ਉਹਦੀ ਰੰਗਤ ਲਿਆਈ। ਆਖਰ ਪਿਤਾ ਚਾਹੁੰਦਾ ਹੈ ਕਿ ਮੈਂ ਇੱਕ ਦਿਨ ਇਸ ਨੂੰ ਇਸ ਦਾ ਘਰ ਤਾਂ ਦਿਖਾਵਾਂ। ਉਹ ਆਪਦੇ ਵਤਨ ਨੂੰ ਜਾਣ ਵਾਸਤੇ ਤਿਆਰ ਹੋ ਜਾਂਦਾ ਹੈ। ਉਹਦਾ ਪਿਤਾ ਉਸ ਨੂੰ ਆਪਦੇ ਵਤਨ ਦੇ ਵਿੱਚ ਲੈ ਜਾਂਦਾ ਹੈ। ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਕਿਸ ਤਰ੍ਹਾਂ ਇੱਕ ਇਨਸਾਨ ਦੇ ਜਾਮੇ ਦੇ ਅੰਦਰ ਪਰਮਾਤਮਾ ਛੁਪਿਆ ਹੋਇਆ ਸੀਗਾ। ਜਦੋਂ ਕਬੀਰ ਸਾਹਿਬ ਇੰਦਰਮਤੀ ਨੂੰ ਸੱਚਖੰਡ ਦੇ ਵਿੱਚ ਲੈ ਗਏ, ਅੱਗੇ ਕਬੀਰ ਸਾਹਿਬ ਉਸੇ ਤਖਤ ਦੇ ਉੱਤੇ ਵਿਰਾਜਮਾਨ ਸਨ, ਜਿਸ ਦੀ ਕਿ ਉਹ ਸ਼ੋਭਾ ਸੁਣਦੀ ਹੁੰਦੀ ਸੀਗੀ ਕਿ ਪਰਮਾਤਮਾ ਦਾ ਤਖਤ ਜੋ ਸੰਗਾਸਨ ਹੈ ਉਹ ਸੱਚਖੰਡ ਦੇ ਵਿੱਚ ਹੈ। ਜਦ ਕਬੀਰ ਔਰ ਪਰਮਾਤਮਾ ਦੇ ਅੰਦਰ ਕੋਈ ਫਰਕ ਨਾ ਦੇਖਿਆ ਤਾਂ ਇੰਦਰਮਤੀ ਕਹਿਣ ਲੱਗੀ, ਸਤ ਪੁਰਸ਼ ਤੁਮ ਦਾਸ ਕਹਾਏ, ਇਹ ਸ਼ੋਭਾ ਤੁਮ ਕੋ ਕਸ ਪਾਏ। ਕਹਿਣ ਲੱਗੇ ਅਫਸੋਸ ਦੀ ਗੱਲ ਹੈ, ਤੂੰ ਸਾਰੀ ਦੁਨੀਆ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਗਰੀਬ ਕਹਾਇਆ, ਦਾਸ ਕਹਾਇਆ ਔਰ ਹੋਰ ਵੀ ਕਈ ਨਿਮਰਤਾ ਭਰੇ ਲਫ਼ਜ਼ ਤਾਂ ਵਰਤੇ, ਲੇਕਿਨ ਕੁੱਲ ਮਾਲਕ ਹੋ ਕੇ ਆਪਣੀ ਤਾਂ ਸ਼ੋਭਾ ਛਪਾ ਲਈ। ਕਬੀਰ ਸਾਹਿਬ ਹੱਸ ਕੇ ਕਹਿਣ ਲੱਗੇ, ਦੇਖ ਬੇਟੀ, ਤੂੰ ਹੁਣ ਕਰ ਲੈ ਜੋ ਕੁਝ ਕਰਨਾ ਹੈ। ਕਿਉਂਕਿ ਅਗਰ ਜੇ ਮੈਂ ਤੈਨੂੰ ਇਹ ਕਹਿੰਦਾ ਕਿ ਮੈਂ ਪਰਮਾਤਮਾ ਹੈ, ਤੈਨੂੰ ਯਕੀਨ ਹੀ ਨਹੀਂ ਆਉਣਾ ਸੀ। ਤੂੰ ਕਹਿਣਾ ਸੀ ਇਹ ਕੁਝ ਮਾਮੂਲੀ ਜਾਂ ਜਲਾਹੇ ਦਾ ਕੰਮ ਕਰਦਾ ਹੈ, ਇਹ ਕਿਸ ਤਰ੍ਹਾਂ ਪਰਮਾਤਮਾ ਹੋ ਸਕਦਾ ਹੈ। ਸੋ ਸੰਤ ਮਹਾਤਮਾ ਇੱਥੇ ਆ ਕੇ ਨਾ ਤਾਂ ਕੋਈ ਕਰਾਮਾਤ ਦਿਖਾਉਂਦੇ ਹੈ, ਨਾ ਉਹ ਸਾਡੇ ਅੱਗੇ ਕੋਈ ਰੂਹਾਨੀਅਤ ਨੂੰ ਕੋਈ ਖਿਡੌਣਿਆਂ ਦੀ ਤਰ੍ਹਾਂ ਬੱਚਿਆਂ ਦਾ ਖੇਲ ਬਣਾਉਂਦੇ ਹੈ। ਮਹਾਤਮਾ ਇਹ ਨਹੀਂ ਕਹਿੰਦੇ ਕਿ ਆਓ ਮੈਂ ਤੁਹਾਨੂੰ ਇਹ ਦਿਖਾਉਣਾ ਹੈ, ਉਹ ਦਿਖਾਉਣਾ ਹੈ। ਮਹਾਤਮਾ ਦੀ ਅਗਰ ਕਿਸੇ ਨੇ ਕਰਾਮਾਤ ਦੇਖਣੀ ਹੈ, ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਤੁਸੀਂ ਉਹਨਾਂ ਦੇ ਸਤਸੰਗੀਆਂ ਨੂੰ ਮਿਲੋ, ਉਹ ਤੁਹਾਨੂੰ ਦੱਸਣਗੇ। ਔਰ ਉਹ ਅੰਤ ਸਮੇਂ ਕਿਸੇ ਸਤਸੰਗੀ ਦਾ ਜਾ ਕੇ ਦੇਖੋ ਕਿ ਕਿਸ ਤਰ੍ਹਾਂ ਸਤਿਗੁਰੂ ਆਉਂਦਾ ਹੈ, ਉਸ ਨੂੰ ਆਪਣੇ ਨਾਲ ਲੈ ਜਾਂਦਾ ਹੈ, ਕਿਸ ਤਰ੍ਹਾਂ ਸਤਸੰਗੀ ਖੁਸ਼ੀ-ਖੁਸ਼ੀ ਇਸ ਸੰਸਾਰ ਦੇ ਵਿੱਚੋਂ ਵਿਦਾ ਹੁੰਦਾ ਹੈ।
सब तो बड़ी अगर कोई करामात है तो यही महात्मा दी है। सो इस वास्ते आप बड़े प्यार दे नाल समझाउंदे है कि वो ताकत जिसका संत महात्मा जिक्र करते हैं वो जर्रे जर्रे दे विच व्यापक है, हर जगह व्यापक है। किसी महात्मा ने उन्होंने शब्द किया, स्वामी जी महाराज कहते हैं जिहड़ी सारी दुनिया की परवरिश करती है या लै करती है उस ताकत नूं मैं शब्द कहना है। कहते मैं उसकी महिमा बयान नहीं कर सकता गा। जिस तरह गूंगे तो मिश्री का स्वाद पूछिए वो वध तो वध कच्छा ही वजा सकता है लेकिन उसका स्वाद नहीं दस सकता गा। इसे तरह महात्मा उसनूं शब्द करके बयान करते हैं। मुसलमान वो फकीर उसनूं बांगे असमानी करके बयान करते हैं। वो बांग वो आवाज जो आसमान के उपरों आ रही है। हिंदू महात्मा उसे ताकत नूं शब्द नाम या आकाशबाणी या दिव्य धुनी करके बयान करते हैं। सो इसे तरह हर महात्मा उस ताकत नूं किसी ना किसी लफ्ज के जरिए बयान करता है। आप कहने लगे सिर्फ इको ही किस्म के इंसान वो शब्द की महिमा नूं या शब्द की ताकत नूं समझते हैं कि जिहड़े शब्द दे विच जाके मिल गए है। असीं शब्द दे विच कद जाके मिलते हैं, ये बड़ी सोच विचार की गल है। वो महात्मा कुल मालक हुंदे होए परमात्मा की तरफों भेजे होए फिर भी आके कितनियां कितनियां मेहनतां करते हैं। बड़ी सोच विचार की गल है। किसी भी महात्मा की तुसीं हिस्ट्री पढ़ के देख लो या जिन्हां नूं किसी महात्मा के पास रहन का मौका मिलिया है उन्हां नूं खुद पता है कि महात्मा ने किस तरह भुखां प्यासां कटियां, किस तरह रातां जागे मेहनतां कीतियां, अपनी आत्मा नूं मन दे पंजे तो आजाद कीता। वो कादे वास्ते उन्होंने मेहनतां कीतियां दुनिया नूं डेमोस्ट्रेशन देण वास्ते ताकि संसार नूं ये पता लगे कि मेहनत तो बगैर असीं दुनिया 'च भी कामयाब नहीं हो सकदे गे। संत मत सानूं मेहनत करन दे वास्ते प्रेरदी है। दुनिया दे विच भी मेहनती कामयाब हुंदा है। ये नहीं कि असीं मेहनत ना करिए फिर साडा पर्दा खुल जाएगा। तुसीं सोच के देख लो कि दुनियादारी का भी अगर आपां काम करना है उहदे विच भी मेहनत की लोड़ है। बच्चा पैदा हुंदा है वो भी बगैर तकलीफ पैदा नहीं हुंदा गा। कबीर साहब कहते हैं सुखिया सब संसार है खाए अर सोए, दुखिया दास कबीर है जागे अर रोए। कहने लगे दुनिया सौखी है, खांदी है, सौंदी है, लेकिन मैं सारी रात जागदा है और मालिक की याद विच रोना है। मैं हमेशा कहना हुंदा है कि रात नूं जागो, मेहनत करो, जब तक थोड़ी आत्मा का परमात्मा ना जाग पे तुहानूं तसल्ली ना दे देवे कि मैं बई तेनों अपने गले लाऊंगा, तुसीं सौण का ख्याल ही भुल जाओ। इस वास्ते अगर मेहनत करोगे तुसीं थोड़े जे दिनां वास्ते कामयाब हो सकते हो। महात्मा का मकसद ये नहीं हुंदा गा कि असीं 50 साल हो गए सानूं नाम ले नूं या 40 साल हो गए या 20 साल हो गए है, साडा कोई दिनां दा इत्थे मकर नहीं गा। क्योंकि प्रेमी आत्मा का तां संतां दे कोले आउणा इस तरह है कि जिस तरह खुश्क बरूद नूं आपां अग दे नेड़े कर दईए। बाकी असीं गिले बरूद हैं, जिवें जिवें सानूं सत्संग की तपश मिलती है उवें उवें साडे अंदर बिरो जागदी है। असीं भी हौली हौली वो शब्द नाम की कमाई करन लग जाने हैं। सो आप प्यार दे नाल समझाउंदे जो शब्द नाम नूं आपदे अंदर प्रगट कर लेंदे है उन्हां नूं पता है कि शब्द किहड़ी ताकत है, किस तरह शब्द के जरिए उस परमात्मा ने इस संसार की रचना की है। महाराज सावन सिंह कहते हुंदे सीगे मैं शब्द नूं ताकत नहीं कह सकदा गा क्योंकि ताकत का भी लोग अंदाजा ला सकते हैं। वो कहते हुंदे संतां दे अंदर कोई ताकत कम करती है, फिर वो कहते हुंदे मैं ताकत नहीं कह सकदा गा, लेकिन उन्हां दा अंदाजा संतां नूं ही पता हुंदा है। इसे वास्ते तुलसी साहब कहते हैं जे कोई कहे संत को चीना तुलसी हाथ कान पै दीना। वो कहने लगे अगर कोई एक कहे मैं संतां दा अंदाजा ला लूंगा या मैं इन्हां नूं समझ लूंगा, आप कहने लगे कि मैं कन्नां नूं हथ लाउणा है क्योंकि वो परमात्मा सुजाखा है जिहड़ा उन्हां दे अंदर प्रगट है। सुजाखा जिहड़ा है वो अन्ने नूं खुद आवाज मार के अपने हथ दे विच अपना हथ उहदे हथ विच दे देवे तो पकड़ सकदा है, वरना अन्ने दी ताकत नहीं। इस वास्ते आप कहंदे जिहड़े शब्द दे विच मिल गए है वही शब्द की महिमा जानते हैं, वही शब्द की ताकत जानते हैं। जद गुरु नानक साहब नूं सिखां ने पुछया तुसीं ये कहने हो उत्पत परले शब्दे होवै, शब्दे ही फिर उपत होवै। परमात्मा उत्पत्ति शब्द के जरिए करता है, अगर लय करता संसार की फिर भी शब्द दे नाल ही करता है। इस वास्ते आप कहने लगे कि वो शब्द कित्थे है, वो शब्द की ताकत है, वो शब्द ने की कुछ पैदा किया है। गुरु नानक साहब कहते शब्दे धरती, शब्दे आकाश,
शब्दे शब्द पया प्रकाश, सगले श्रेष्ठ शब्द के पाशे, नानक शब्द कटे कटाशे। तन 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 प्यारे, क्या कहूँ मैं माँ शब्द के, जो परचे हैं शब्द से, सो जाने मैं माँ शब्द की। छिन छिन रखिया हो रही, क्या उपमा कहूँ मैं शब्द की। बिन शब्द फिरे परमातिया, नह जानी गत मत शब्द की। ਹੁਣ ਆ ਪਿਆਰ ਦੇ ਨਾਲ ਸਮਝਾਉਂਦੇ ਆ, ਉਹ ਸ਼ਬਦ ਸਾਡੀ ਸਾਹ ਸਾਹ ਨਾ ਰੱਖਿਆ ਕਰਦਾ ਹੈ। ਸਾਨੂੰ ਪਤਾ ਹੀ ਹੈ ਸਾਹ ਬਾਹਰ ਜਾਂਦਾ ਹੈ, ਕਿਹੜੀ ਤਾਕਤ ਹੈ ਜਿਹੜੀ ਅੰਦਰ ਖਿੱਚ ਰਹੀ ਹੈ। ਇਸ ਵਾਸਤੇ ਉਹ ਇਹ ਨਵਾਂ ਦਰਵਾਜ਼ਿਆਂ ਦੇ ਅੰਦਰ ਕਿਸ ਤਰ੍ਹਾਂ ਜੀਵ ਨਿਕਲ ਨਹੀਂ ਸਕਦਾ ਉਹਦੇ ਬਗੈਰ ਹੁਕਮ ਤੋਂ। ਇਸ ਵਾਸਤੇ ਆਪ ਕਹਿੰਦੇ ਸਾਹ ਸਾਹ ਨਾ ਉਹ ਰੱਖਿਆ ਕਰ ਰਿਹਾ ਹੈ। ਆਪ ਕਹਿੰਦੇ ਜਿਨ੍ਹਾਂ ਨੂੰ ਉਹ ਸ਼ਬਦ ਨਾਮ ਉਹ ਤਾਕਤ ਨਹੀਂ ਨਸੀਬ, ਆਪ ਕਹਿਣ ਲੱਗੇ ਉਹ ਭਰਮ ਦੇ ਵਿੱਚ ਆਏ, ਭਰਮ ਦੇ ਵਿੱਚ ਚਲੇ ਗਏ। ਕੀ ਭਰਮ ਹੈ ਜੋ ਦਿਨ ਰਾਤ ਅਸੀਂ ਸੋਚ ਰਹੇ ਹਾਂ, ਪਤਾ ਨਹੀਂ ਅਸੀਂ ਕਿੱਥੋਂ ਆਏ ਹੈ, ਕਿੱਥੇ ਜਾਣਾ ਹੈ, ਇਸ ਮੌਤ ਤੋਂ ਬਾਅਦ ਸਾਡਾ ਕਿਆ ਹੋਏਗਾ। ਇਸ ਵਾਸਤੇ ਇਦੋਂ ਵੱਧ ਇਨਸਾਨ ਨੂੰ ਕੀ ਭਰਮ ਹੋ ਸਕਦਾ ਹੈ। ਸੰਤ ਮਹਾਤਮਾ ਬੜੇ ਪਿਆਰ ਨਾਲ ਸਮਝਾਉਂਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਮੋਇਆ ਜਿਤ ਘਰ ਜਾਈਏ ਤਿਤ ਜੀਵਦਿਆਂ ਮਰ ਮਾਰ। ਇੱਕ ਜਨਮ ਦਾ ਕੀ, ਜਦ ਅਸੀਂ ਸ਼ਬਦ ਨਾਮ ਦੀ ਕਮਾਈ ਕਰਾਂਗੇ ਅਨੇਕਾਂ ਜਨਮਾਂ ਦਾ ਗਿਆਨ ਹੋ ਜਾਂਦਾ ਹੈ ਕਿ ਅਸੀਂ ਪਿੱਛੇ ਕੀ ਸੀ, ਇਹ ਕਸ਼ਟ ਕਿਸ ਜਨਮ ਕਰਕੇ ਅਸੀਂ ਕਿਸ ਪਾਪ ਕਰਕੇ ਪਾ ਰਹੇ ਹਾਂ। ਅਗਰ ਸੁੱਖ ਅਸੀਂ ਪਾ ਰਹੇ ਹਾਂ ਤਾਂ ਕਿਸ ਕਰਮ ਦੇ ਜ਼ਰੀਏ ਅਸੀਂ ਪਾ ਰਹੇ ਹਾਂ। ਜਨਮਾਂ ਜਨਮਾਤਰਾਂ ਦਾ ਗਿਆਨ ਹੋ ਜਾਂਦਾ ਹੈ। ਆਤਮ ਗਿਆਨ ਕਿਸੇ ਨੂੰ ਧੋਖੇ ਦੇ ਵਿੱਚ ਪਾਉਣ ਵਾਲਾ ਨਹੀਂ, ਇਹ ਭਰਮ ਦੇ ਵਿੱਚ ਰਹਿਣ ਦੇਣ ਵਾਲਾ ਨਹੀਂ। ਜਦ ਮੈਂ ਸ਼ੁਰੂ ਦੇ ਵਿੱਚ ਬਾਬਾ ਬਿਸ਼ਨ ਦਾਸ ਕੋਲ ਗਿਆ ਸੀਗਾ, ਮੈਂ ਕਿਉਂਕਿ ਸਾਨੂੰ ਪਤਾ ਹੀ ਹੈ ਕਿ ਮਨ ਦੇ ਅੰਦਰ ਬੜੇ ਭਰਮ ਹੁੰਦੇ ਆ, ਸ਼ੱਕ ਸ਼ਕੂਕ ਹੁੰਦੇ ਹੈ। ਬਾਬਾ ਜੀ ਮੈਨੂੰ ਕਹਿਣ ਲੱਗੇ ਕਿ ਜੋ ਜਨਮ ਮਰਨ ਦੀ ਮਹਾਤਮਾ ਨੇ ਕਹਾਣੀਆਂ ਲਿਖੀਆਂ ਹੈ, ਇਹ ਸਿਰਫ ਸਾਡੇ ਡਰਾਉਣ ਵਾਸਤੇ ਨਹੀਂ, ਇਹ ਸੱਚ ਹੈ। ਮੈਂ ਕਿਹਾ ਜੀ ਕਿਸ ਤਰ੍ਹਾਂ ਯਕੀਨ ਹੈ ਆਏ। ਬਾਬਾ ਜੀ ਕਹਿਣ ਲੱਗੇ ਹਾਂ ਤੈਨੂੰ ਯਕੀਨ ਤੈਨੂੰ ਕਰਾ ਦਿੰਨੇ ਹੈ। ਉਹ ਕਹਿਣ ਲੱਗੇ ਇੱਥੋਂ ਜ਼ਮੀਨ ਖੋਦੋ। ਜਿਹੜੀ ਜਗ੍ਹਾ ਉਹਨਾਂ ਨੇ ਕਹੀ 10 ਰੁਪਏ ਖੋਦਣ ਵਾਸਤੇ ਦਿੱਤੇ ਗਏ, ਉਹਨਾਂ ਨੇ ਕਿਹਾ ਇੱਥੋਂ ਤੇਰੀਆਂ ਹੱਡੀਆਂ ਨਿਕਲਣਗੀਆਂ। ਉਹ ਨਿਕਲਿਆ। ਮੈਂ ਕੰਨਾਂ ਨੂੰ ਹੱਥ ਲਾਏ, ਮਾਫੀ ਮੰਗੀ ਕਿ ਬਾਬਾ ਜੀ ਮੈਂ ਬਹੁਤ ਗਲਤੀ ਕੀਤੀ, ਤੁਹਾਡਾ ਜੋ ਮੈਂ ਪਰਖ ਕੀਤੀ। ਉਹ ਹੱਸ ਪਏ, ਕਹਿਣ ਲੱਗੇ ਤੇਰੇ ਮਾਤਾ ਪਿਤਾ ਜੋ ਪਿਛਲੇ ਜਨਮ ਦੇ ਸਨ ਉਹ ਅਜੇ ਜਿਉਂਦੇ ਹੈ, ਜੇ ਕਹੇ ਤਾਂ ਮੈਂ ਤੈਨੂੰ ਦਿਖਾ ਦਿੰਨਾ ਹੈ, ਮਿਲਾ ਦਿੰਨਾ ਹੈ। ਮੈਂ ਕਿਹਾ ਕਿ ਪਿਤਾ ਜੀ ਮੈਂ ਕੀ ਕਹਾਂ ਤੁਹਾਨੂੰ, ਮੈਂ ਤਾਂ ਇਹਨਾਂ ਦਾ ਹੀ ਦੁਖੀ ਕੀਤਾ ਬੈਠਾ ਹੈ, ਇਹਨਾਂ ਦਾ ਹੀ ਮੋਹ ਮੈਥੋਂ ਛੁੱਟਦਾ ਨਹੀਂਗਾ। ਅਗਰ ਉਹਨਾਂ ਦਾ ਮੋਹ ਮੇਰੇ ਦਿਲ ਅੰਦਰ ਜਾਗ ਪਿਆ ਮੈਂ ਕੀ ਕਰੂੰਗਾ। ਤੋ ਮਹਾਤਮਾ ਦੇ ਕਹਿਣ ਦਾ ਇਹ ਭਾਵ ਸੱਚ ਨੂੰ ਕੀ ਸਰਾਪ ਹੁੰਦਾ ਹੈ। ਮਹਾਤਮਾ ਕੋਲ ਜਦ ਅਸੀਂ ਜਾਂਦੇ ਹਾਂ ਉਹ ਦਿਆਲੂ ਹੁੰਦੇ ਹੈ। ਉਹ ਦਇਆ ਕਰਕੇ ਜਦ ਅਸੀਂ ਉਹਨਾਂ ਦੇ ਹੁਕਮ ਨੂੰ ਮੰਨਦੇ ਹਾਂ, ਸਭ ਕੁਝ ਉਹ ਸਾਡੇ ਅੱਗੇ ਰੱਖ ਦਿੰਦੇ ਹੈ, ਸਾਨੂੰ ਦਿਖਾ ਦਿੰਦੇ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹੈ। ਸਾਨੂੰ ਇੱਕ ਕੀ ਕਈ ਜਨਮਾਂ ਦਾ ਗਿਆਨ ਹੋ ਜਾਂਦਾ ਹੈ, ਅਸੀਂ ਕਿੱਥੋਂ ਆਏ, ਕਿੱਥੇ ਗਏ, ਅੱਗੇ ਨੂੰ ਅਸੀਂ ਕਿੱਥੇ ਜਾਣਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਆ ਤੁਸੀਂ ਜਿੰਦੇ ਜੀ ਜਾ ਕੇ ਉਹ ਟਿਕਾਣਾ ਆਪਣਾ ਘਰ ਵਾਪਸ ਜਿੱਥੋਂ ਆਤਮਾ ਵਿਛੜ ਕੇ ਆਈ ਹੈ ਜਿੰਦੇ ਜੀ ਦੇਖ ਸਕਦੇ ਹੋ। ਮਹਾਤਮਾ ਇਹ ਨਹੀਂ ਕਹਿੰਦੇ ਕਿ ਮਰਿਆਂ ਬਾਅਦ ਤੁਸੀਂ ਉਸ ਜਾ ਕੇ ਘਰ ਨੂੰ ਦੇਖੋਗੇ ਜਾਂ ਮਰਿਆਂ ਬਾਅਦ ਤੁਸੀਂ ਕੋਈ ਮਹਾਤਮਾ ਬਣ ਜਾਓਗੇ। ਇਸ ਵਾਸਤੇ ਆਪ ਕਹਿੰਦੇ ਆ ਜੇ ਜਿੰਦੇ ਜੀ ਅਸੀਂ ਚੋਰ ਹਾਂ, ਠੱਗ ਹਾਂ, ਅਨਪੜ੍ਹ ਹਾਂ, ਮਰ ਕੇ ਮਹਾਤਮਾ ਨਹੀਂ ਬਣਦੇ, ਨਾ ਮਰਿਆਂ ਪਿੱਛੋਂ ਕਿਸੇ ਨੇ BA ਦੀ ਡਿਗਰੀ ਸਾਡੇ ਪਿੱਛੇ ਭੇਜਣੀ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਆ ਜੋ ਕੁਛ ਕਰਨਾ ਸੋ ਅੱਗੇ ਕਰਨਾ, ਅੱਗੇ ਦਾ ਨਾ ਭਰੋਸਾ ਕਰਨਾ ਜੀ। छिन छिन रखिया हो रही, क्या उपमा कहूँ मैं शब्द की। बिन शब्द फिरे परमातियाँ, नह जानी
ਗਤ ਮਤ ਸ਼ਬਦ ਕੀ। ਜਿਨ ਗੁਰ ਪਾਇਆ ਸ਼ਬਦ ਕਾ ਔਰ ਪ੍ਰੀਤ ਕਰੀ ਜਿਨ ਸ਼ਬਦ ਕੀ। ਬੜ ਭਾਗੀ ਵੇ ਜੀਵ ਹੈ ਜੋ ਕਰੇ ਕਮਾਏ ਸ਼ਬਦ ਕੀ। ਹੁਣ ਆਪ ਪਿਆਰ ਦੇ ਨਾਲ ਸਮਝਾਉਂਦੇ ਆ, ਉਹ ਸ਼ਬਦ ਕੋਈ ਗਾਉਣ ਵਜਾਉਣ ਵਾਲਾ ਨਹੀਂ, ਲਿਖਣ ਪੜ੍ਹਨ ਵਾਲਾ ਨਹੀਂਗਾ। ਉਹ ਸ਼ਬਦ ਪਰਮਾਤਮਾ ਦੀ ਆਵਾਜ਼ ਹੈ। ਜਦ ਉਹ ਸ਼ਬਦ ਦੀ ਆਵਾਜ਼ ਨੂੰ ਆਤਮਾ ਸੁਣਦੀ ਹੈ, ਆਤਮਾ ਐਸੇ ਨੱਚ ਉੱਠਦੀ ਹੈ ਜਿਸ ਤਰ੍ਹਾਂ ਸਾਵਣ ਦੀ ਘਟ ਦੇਖ ਕੇ ਮੋਰ ਪੈਲ ਪਾਉਂਦਾ ਹੈ। ਮੋਰ ਖੁਸ਼ੀ ਦੇ ਵਿੱਚ ਆਪਣੇ ਜਿਹੜੇ ਫੰਗ ਹੁੰਦੇ ਆ ਇਸ ਤਰ੍ਹਾਂ ਖਲੇਰ ਲੈਂਦਾ ਹੈ। ਆਤਮਾ ਦੇ ਅੰਦਰ ਸਰੂਰ ਆਉਂਦਾ ਹੈ। ਜਿਹੜੇ ਬਾਹਰਲੇ ਰਾਗ ਹੈ, ਬਾਹਰਲੇ ਵਾਜੇ ਹੈ, ਇਹਨਾਂ ਦੇ ਉੱਪਰ ਮਨ ਮਸਤ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਨੱਚਣ ਕੁੱਦਣ ਮਨ ਕਾ ਚਾਉ। ਆਪ ਕਹਿੰਦੇ ਇਹ ਤਾਂ ਸਾਰਾ ਮਨ ਦਾ ਹੀ ਚਾਉ ਹੈ, ਮਨ ਨੂੰ ਹੀ ਮਸਤ ਕਰਨ ਵਾਲਾ ਹੁੰਦਾ ਹੈ। ਆਪ ਕਹਿਣ ਲੱਗੇ, ਜਿਸ ਸ਼ਬਦ ਦੀ ਮੈਂ ਤੁਹਾਨੂੰ ਸਾਧਨਾ ਤਰੀਕਾ ਦੱਸਦਾ ਹਾਂ, ਉਹ ਸ਼ਬਦ ਲਿਖਣ ਪੜ੍ਹਨ ਬੋਲਣ ਵਿੱਚ ਨਹੀਂ ਆਉਂਦਾਗਾ। ਉਹ ਬਿਨਾਂ ਲਿਖਿਆ ਕਾਨੂੰਨ ਹੈ, ਬਿਨਾਂ ਲਿਖੀ ਭਾਸ਼ਾ, ਬਿਨਾਂ ਬੋਲੀ ਭਾਸ਼ਾ ਹੈ। ਇਸ ਵਾਸਤੇ ਆਪ ਕਹਿਣ ਲੱਗੇ, ਕੋਈ ਸ਼ਬਦ ਸਰੂਪੀ ਸ਼ਬਦ ਅਭਿਆਸੀ ਮਹਾਤਮਾ ਹੀ ਉਹ ਸ਼ਬਦ ਦੇ ਨਾਲ ਜੋੜ ਸਕਦਾ ਹੈ। ਜਿਹਨੂੰ ਜਿਸ ਦੇ ਅੰਦਰ ਖੁਦ ਸ਼ਬਦ ਪ੍ਰਗਟ ਨਹੀਂਗਾ, ਉਹ ਸਾਨੂੰ ਕਿਸ ਤਰ੍ਹਾਂ ਉਹ ਸ਼ਬਦ ਨਾਮ ਦੇ ਨਾਲ ਜੋੜ ਸਕਦਾ ਹੈ। ਅਨਪੜ੍ਹ ਦੂਸਰੇ ਨੂੰ ਪੜ੍ਹਾ ਨਹੀਂ ਸਕਦਾ, ਪਹਿਲਵਾਨੀ ਹੀ ਪਹਿਲਵਾਨੀ ਸਿਖਾ ਸਕਦਾ ਹੈ। ਜਿਹਨੇ ਖੁਦ ਕਦੇ ਭਗਤੀ ਨਹੀਂ ਕੀਤੀ, ਸਾਨੂੰ ਉਹ ਕਿਸ ਤਰ੍ਹਾਂ ਭਗਤੀ ਕਰਨੀ ਦੱਸ ਸਕਦਾ ਹੈ। ਮਹਾਰਾਜ ਕਿਰਪਾਲ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਲੋਕ ਕੀ ਕਰਦੇ ਹਾਂ, ਆਪਣੇ ਆਪ ਨੂੰ ਤਾਂ ਧੋਖੇ ਵਿੱਚ ਰੱਖਦੇ ਹਾਂ, ਦੁਨੀਆ ਨੂੰ ਵੀ ਧੋਖੇ ਵਿੱਚ ਪਾ ਲੈਂਦੇ ਹਾਂ। ਕਿਉਂਕਿ ਅਸੀਂ ਪੂਰੇ ਗੁਰੂਆਂ ਦੀ, ਪੂਰੇ ਸੰਤਾਂ ਦੀ ਐਕਟਿੰਗ ਕੋਚਿੰਗ ਵਗੈਰਾ ਮਹਾਰਾਜ ਕਿਰਪਾਲ ਸਿੰਘ ਕਹਿੰਦੇ ਹੁੰਦੇ ਸੀਗੇ ਸਿੱਖ ਲੈਂਦੇ ਆ। ਉਹਨਾਂ ਦੀ ਤਰ੍ਹਾਂ ਤੁਰਨਾ, ਉਹਨਾਂ ਦੀ ਤਰ੍ਹਾਂ ਬੋਲਣਾ, ਉਹਨਾਂ ਦੀ ਨਕਲ ਅਸੀਂ ਬਣਾਉਂਦੇ ਹਾਂ। ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਬਗਲੇ ਤੋਂ ਹੰਸ ਦੀ ਸ਼ਕਲ ਨਹੀਂ ਬਣ ਸਕਦੀ ਕਿ ਜਿਤਨਾ ਮਰਜ਼ੀ ਉਹ ਜ਼ੋਰ ਲਾ ਲੇ। ਠੀਕ ਹੈ, ਦੁਨੀਆ ਨੂੰ ਧੋਖੇ 'ਚ ਰੱਖ ਲੇਗਾ, ਦੁਨੀਆ ਨੂੰ ਧੋਖਾ ਦੇ ਲੇਗਾ, ਆਪਣੇ ਆਪ ਨੂੰ ਦੇ ਲੇਗਾ, ਲੇਕਿਨ ਉਹ ਪਰਮਾਤਮਾ ਜਿਹੜਾ ਸੱਚਖੰਡ ਦੇ ਵਿੱਚ ਬੈਠਾ ਹੈ, ਜਿਹੜਾ ਸਾਡੇ ਅੰਦਰ ਵੀ ਬੈਠਾ ਹੈ, ਉਹ ਕਦੇ ਧੋਖੇ ਵਿੱਚ ਨਹੀਂ ਆਉਂਦਾਗਾ। ਕਿਉਂਕਿ ਜੋ ਸਤਿਗੁਰੂ ਦਾ ਸਰੂਪ ਬਾਹਰ ਕੰਮ ਕਰਦਾ ਹੈ, ਉਹ ਅੰਦਰਲੇ ਨੂੰ ਵੀ ਪਤਾ ਹੁੰਦਾ ਹੈ। ਜੋ ਅੰਦਰਲਾ ਕੰਮ ਕਰਦਾ, ਬਾਹਰਲੇ ਨੂੰ ਵੀ ਪਤਾ ਹੁੰਦਾ ਹੈ। ਇਸ ਵਾਸਤੇ ਅਸੀਂ ਭਾਵੇਂ ਕਿਤਨਾ ਵੀ ਕਹਿ ਦਈਏ ਕਿ ਜੀ ਅਸੀਂ ਬੜੀ ਕਮਾਈ ਕਰਦੇ ਹਾਂ, ਅਸੀਂ ਬੜੇ ਸਾਫ਼ ਦਿਲ ਹੈ, ਲੇਕਿਨ ਉਹ ਤਾਂ ਸਾਡੇ ਅੰਦਰ ਬੈਠਾ ਹੈ, ਸਭ ਕੁਝ ਦੇਖਦਾ ਹੈ। ਮਹਾਤਮਾ ਕਬੀਰ ਸਾਹਿਬ ਕਹਿੰਦੇ, ਰਾਮ ਝਰੋਖੇ ਬੈਠ ਕੇ ਸਭ ਕਾ ਝਾਰਾ ਲੈ, ਜਾਂ ਕੀ ਜੈਸੀ ਚਾਕਰੀ ਤਾਂ ਕੋ ਤੈਸਾ ਦੇ। ਆਪ ਕਹਿਣ ਲੱਗੇ ਕਿ ਉੱਥੇ ਕਿਸੇ ਪਾਰਟੀ ਦਾ ਜ਼ੋਰ ਨਹੀਂ ਪੈਂਦਾਗਾ। ਪਲਟੂ ਸਾਹਿਬ ਕਹਿੰਦੇ ਆ, ਜਿਸਕੇ ਨਾਲ 10-20 ਹੈ ਤਿਸਕਾ ਨਾਮ ਮਹੰਤ। ਕੌਣ ਭਾਈ ਗੁਰੂ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਅੰਦਰ, ਜਿਹਦੀ ਪਾਰਟੀ ਸਟਾਂਗ ਹੈ। ਪਾਰਟੀਆਂ ਦੇ ਜ਼ੋਰਾਂ ਦੇ ਉੱਤੇ ਅਸੀਂ ਆਪਣੇ ਆਪ ਨੂੰ ਸੱਚੇ ਸੁੱਚੇ ਮਹਾਤਮਾ ਬਿਆਨ ਕਰ ਦਿੰਦੇ ਹਾਂ। ਲੇਕਿਨ ਮੈਂ ਬੜੇ ਪਿਆਰ ਨਾਲ ਹਮੇਸ਼ਾ ਸਮਝਾਉਣਾ ਹੈ ਕਿ ਮੈਂ ਕਦੇ ਨਿੰਦਿਆ ਨਹੀਂ ਕੀਤੀ, ਨਾ ਨਿੰਦਿਆ 'ਚ ਮੈਂ ਵਿਸ਼ਵਾਸ ਰੱਖਦਾ ਹਾਂ। ਮੈਂ ਹਮੇਸ਼ਾ ਕਹਿਣਾ ਹੁੰਦਾ, ਤੁਸੀਂ ਮਹਾਤਮਾ ਦੀ ਈਸ਼ੀ ਪੜ੍ਹ ਕੇ ਦੇਖੋ। ਸਭ ਤੋਂ ਪਹਿਲਾਂ ਤੁਸੀਂ ਕਬੀਰ ਸਾਹਿਬ ਦੀ ਈਸ਼ੀ ਦੇਖੋ ਕਿ ਉਹਨਾਂ ਨੇ ਕਿਸ ਤਰ੍ਹਾਂ ਖਿਚੜੀ ਦਾ ਖਾਣਾ ਖਾਧਾ, ਰਾਤਾਂ ਜਾਗੇ, ਮਿਹਨਤਾਂ ਕੀਤੀਆਂ। ਇਸੇ ਤਰ੍ਹਾਂ ਜਿਨ੍ਹਾਂ ਮਹਾਤਮਾ ਦੀ ਆਪਾਂ ਬਾਣੀ ਪੜ੍ਹਦੇ ਹਾਂ, ਉਹਨਾਂ ਦੀ ਈਸ਼ੀ ਪੜ੍ਹ ਕੇ ਦੇਖ ਲਓ। ਆਪ ਨੇ ਛੋਟੀ ਉਮਰ ਦੇ ਵਿੱਚ 17 ਸਾਲ ਕਿਸ ਤਰ੍ਹਾਂ ਇੱਕ ਅੰਧੇਰੀ ਕੋਠੜੀ ਦੇ ਵਿੱਚ ਬੈਠ ਕੇ ਅਭਿਆਸ ਕੀਤਾ ਸੀ। ਮਹਾਰਾਜ ਸਾਵਣ ਸਿੰਘ ਦੀ ਤੁਸੀਂ ਹਿਸਟਰੀ ਪੜ੍ਹ ਕੇ ਦੇਖ ਲਓ ਕਿ ਆਪ ਨੇ ਕਿਸ ਤਰ੍ਹਾਂ ਅਭਿਆਸ ਕੀਤਾ। ਬਾਬਾ ਜੈਮਲ ਸਿੰਘ ਰਾਤ ਨੂੰ ਜਾਗਦੇ ਸਨ, ਅਗਰ ਨੀਂਦ ਆਉਂਦੀ ਤਾਂ ਆਪਣੇ ਪਿੰਡੇ ਤੇ ਛਾਂਟਾ ਮਾਰ ਲੈਂਦੇ ਸਨ। ਬਾਬਾ ਸੋਮਨਾਥ ਦਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਮਿਹਨਤ ਕੀਤੀ, ਕਾਫੀ ਖੋਜ ਕੀਤੀ, ਖੋਜ 'ਚ ਹੀ ਬੜਾ ਵਕਤ ਲਾ ਦਿੱਤਾ ਸੀਗਾ। ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਨਾਲ ਸਮਝਾਉਂਦੇ ਆ ਕਿ ਉਹਨਾਂ ਮਹਾਤਮਾ ਨੂੰ ਕੋਈ ਅੱਛੀਆਂ ਰਜਾਈਆਂ ਨਹੀਂ ਮਿਲਦੀਆਂ ਸੀ ਪੈਣ ਨੂੰ। ਗੁਰੂ ਨਾਨਕ ਸਾਹਿਬ ਨੇ 11 ਸਾਲ ਰੋੜਾਂ ਦਾ ਵਿਛਾਉਣਾ ਕੀਤਾ, ਉਹ ਅੱਛੇ ਮਖਮਲਾਂ ਬਿਸਤਰਿਆਂ ਤੇ ਵੀ ਪੈ ਸਕਦੇ ਸੀਗੇ। ਉਹਨਾਂ ਮਹਾਤਮਾ ਨੂੰ ਕੀ ਲੋੜ ਸੀ ਰਾਤਾਂ ਜਾਗਣ ਦੀ। ਇਸੇ ਤਰ੍ਹਾਂ ਮਹਾਰਾਜ ਸਾਵਣ ਸਿੰਘ ਵਾਸੀ ਨੂੰ ਛੱਡ ਕੇ ਕੀ ਕਰਦੇ ਸੀ, ਰਾਤ ਨੂੰ ਰਾਵੀ ਦੇ ਅੰਦਰ ਬਹਿ ਕੇ ਅਭਿਆਸ ਕਰਦੇ ਹੁੰਦੇ ਸੀਗੇ। ਕਿ ਉਹ ਬਿਸਤਰੇ ਤੇ ਨਹੀਂ ਪੈ ਸਕਦੇ ਸੀ, ਬਿਸਤਰੇ ਤੇ ਨਹੀਂ ਆਰਾਮ ਕਰ ਸਕਦੇ ਸੀਗੇ। ਆਪ ਹਮੇਸ਼ਾ ਹੀ ਇੱਕ ਗੂੰਗੇ ਪਹਿਲਵਾਨ ਦੀ ਮਿਸਾਲ ਦਿੰਦੇ ਹੁੰਦੇ ਸੀ, ਲਾਹੌਰ ਦੇ ਵਿੱਚ ਸੀਗਾ। ਉਹ ਕਹਿੰਦੇ ਸੀਗੇ ਕਿ ਉਹ ਕਿਵੇਂ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ। ਉਸਨੇ ਕਸਰਤ ਕੀਤੀ, ਰਾਤਾਂ ਜਾਗੀਆਂ, ਮਿਹਨਤ ਕੀਤੀ।
ਸੋ ਮਿਹਨਤੀ ਆਦਮੀ ਹਮੇਸ਼ਾ ਵਾਸਤੇ ਕਾਮਯਾਬ ਹੁੰਦਾ ਹੈ। ਇਸ ਵਾਸਤੇ ਆਪ ਕਹਿੰਦੇ ਆ ਕਿ ਉਹ ਕਿਸੇ ਪਾਰਟੀ ਦੇ ਜ਼ੋਰ ਦੇ ਉੱਤੇ ਸ਼ਬਦ ਸਰੂਪੀ ਸ਼ਬਦ ਅਭਿਆਸੀ ਨਹੀਂ ਬਣਦਾਗਾ, ਉਹ ਆਪਣੀ ਕਮਾਈ ਨਾਲ। ਕਬੀਰ ਸਾਹਿਬ ਕਹਿੰਦੇ ਆ, ਕਬੀਰ ਕਮਾਈ ਆਪਣੀ ਬਿਰਥੀ ਕਦੇ ਨਾ ਜਾਏ, ਸੱਤ ਸਮੁੰਦਰ ਆੜਾ ਪੜੇ ਤੋਂ ਮਿਲੇ ਅਗਾਊ ਆਏ। ਅਗਰ ਤੁਹਾਡੀ ਕਮਾਈ ਕੀਤੀ ਹੈ, ਤੁਸੀਂ ਪ੍ਰਮਾਤਮਾ ਨੂੰ ਆਪਦੇ ਅੰਦਰ ਪ੍ਰਗਟ ਕਰ ਲਿਆ ਹੈ, ਜਦ ਸੂਰਜ ਚੜ੍ਹਦਾ ਹੈ ਬੇਸ਼ੱਕ ਲੋਕ ਕਿਤਨਾ ਹੀ ਉਸ ਦੇ ਅੱਗੇ ਕੋਈ ਪਰਦਾ ਕਰਨ, ਲੇਕਿਨ ਉਹ ਆਪਣੀ ਰੋਸ਼ਨੀ ਜ਼ਰੂਰ ਦਿਖਾਉਂਦਾ ਹੈ। ਅਗਰ ਅਸੀਂ ਕਮਾਈ ਕੀਤੀ ਹੈ, ਬੇਸ਼ੱਕ ਦੁਨੀਆ ਕਿਤਨੀ ਵੀ ਨਫ਼ਰਤ ਕਰੇ, ਬੁਰਾ ਕਹੇ, ਭਲਾ ਕਹੇ, ਤੁਹਾਡਾ ਪਰਦਾ ਤੁਹਾਡੇ ਗੁਰੂ ਨੇ ਰੱਖਣਾ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਆ, ਕੋਈ ਸ਼ਬਦ ਸਰੂਪੀ ਸ਼ਬਦ ਅਭਿਆਸੀ ਮਹਾਤਮਾ ਹੀ ਸਾਨੂੰ ਸ਼ਬਦ ਨਾਮ ਦੇ ਨਾਲ ਜੋੜ ਸਕਦਾ ਹੈ। ਉਹਨਾਂ ਤੋਂ ਸ਼ਬਦ ਲੈ ਕੇ ਜੋ ਸ਼ਬਦ ਨਾਮ ਦੀ ਕਮਾਈ ਕਰਨ ਲੱਗੇ ਪਏ ਹੈ, ਸਭ ਨੂੰ ਅਗਰ ਕੋਈ ਵੱਡੇ ਭਾਗਾਂ ਵਾਲੇ ਹੈ ਤਾਂ ਉਹੀ ਜੀਵ ਹੁੰਦੇ ਹੈ ਜਿਹੜੇ ਦਿਨ ਰਾਤ ਸ਼ਬਦ ਨਾਮ ਦੀ ਕਮਾਈ ਕਰਦੇ ਹੈ ਜੀ। जिन गुर पाया शब्द का और प्रीत करी जिन शब्द की, बड़ भागी वे जीव हैं जो करें कमाई शब्द की। बिना शब्द मन बस नहीं, तुम सुरत करो अब शब्द की। वे क्यों आए इस जगत में, जिन मिली न पूंजी शब्द के। स्वामी जी महाराज कहते हैं, अगर कोई साडा दुश्मन है, वो साडा मन है, वो अंदरों ही वकील की तरह सानू दस रहा है, समझा रहा है। इस वास्ते आप कहने लगे शब्द नाम की कमाई असी इस वास्ते वस करनी है कि उस दुश्मन नूं असी वस दे विच करना है। आप कहने लगे कि शब्द की कमाई इस वास्ते करनी है, बिना शब्द मन बस नहीं, क्योंकि असी मन नूं अपने वस दे विच करना है। इस वास्ते स्वामी जी महाराज कहते हैं, असी जो भी उपाव करना है या जो भी असी उपाव सोचना है, वो शब्द नाम की कमाई का ही सोचना है। क्योंकि मन जिहड़ा है जब तक असी इस नूं इहदे ठिकाणे ते नहीं पहुंचा दिंदेगे, त्रिकुटी दे विच नहीं पहुंचा दिंदेगे, उन्ना चिकर मैं कल नूं तुहानूं खोल के दसूंगा कि इहदा किहड़ा ठिकाणा है, किस तरह इस नूं पहुंचाउणा है और किस तरह असी अपने मन नूं वस दे विच करना है। मन जिड्डा कोई दुश्मन भी नहीं, लेकिन जब मन अपने ठिकाणे ते पहुंच जाता है, इहदे जिन्ना कोई वफादार दोस्त भी नहीं जी। बिना शब्द मन बस नहीं, तुम सुरत करो अब शब्द के। वे क्यों आए इस जगत में, जिन मिली न पूंजी शब्द के। तुन घट में हर दम हो रही, क्यों सुने न बाणी शब्द के। तुम बैठ अकेला ध्यान तर, तो मिले निशानी शब्द के। स्वामी जी महाराज कहते हैं, वो शब्द घंटा 2 घंटे या 4 घंटे नहीं साढ़े अंदर आवाज दे रहा, वज रहा। आप कहने लगे कि वो हमेशा ही तनकारा दे रहा है, आप दी तरफ बुला रहा है। बच्चे तो लेके आखिर दुनिया दे जब तक असी संसार दे विचों उद्योगी नहीं ले लेंदेगे, उन्ना चिकर शब्द साडे अंदर तनकारा दे रहा है। सानू पता ही है दे एक बॉडी है, जिस तरह कोई इंजन है उसकी बॉडी हुंदी है, ਉਹਦੇ अंदर हर किस्म के कल पुरजे लगे हुंदे है, जिन्ना भी दी तेल करंट वगैरह जाता है। अगर पूरी बॉडी इंजन की बना लीए, उस दे अंदर करंट ना छड्डिए, तो कोई भी हरकत नहीं कर देगे, कोई भी साधन अगे काम नहीं करदागा। उस दे
तो ਅਸੀਂ ਕੋਈ ਕੰਮ ਨਹੀਂ ਲੈ ਸਕਦੇਗੇ। ਇਸੇ ਤਰ੍ਹਾਂ ਇਹ ਸਰੀਰ ਹੈ, ਇੱਕ ਬਾਡੀ ਹੈ, ਇਹਦੇ ਕਿਹੜੇ ਕਲਪੁਰਜੇ ਹੈ ਸਾਨੂੰ ਪਤਾ ਹੀ ਹੈ। ਅੱਖਾਂ ਹੈ, ਕੰਨ ਹੈ, ਮੂੰਹ ਹੈ, ਲੱਤਾਂ ਹੈ, ਬਾਹਾਂ ਹੈ। ਕਿਸ ਤਰ੍ਹਾਂ ਜਵਾਨ ਉਹ ਕਰੰਟ ਦੇ ਜ਼ਰੀਏ, ਕਿਉਂਕਿ ਉਹ ਪਰਮਾਤਮਾ ਦਾ ਜੋ ਸ਼ਬਦ ਹੈ ਉਹ ਇੱਕ ਕਰੰਟ ਕਹਿ ਲਓ, ਉਸ ਨੂੰ ਤਾਕਤ ਕਹਿ ਲਓ, ਉਹੀ ਇਸ ਨੂੰ ਹਰਕਤ ਦਿੰਦਾ ਹੈ। ਉਸੇ ਦੀ ਤਾਕਤ ਦੇ ਜ਼ਰੀਏ ਹੀ ਸਾਡੀ ਅੱਖ ਹੇਠ ਉੱਪਰ ਹੁੰਦੀ ਹੈ, ਹੱਥ ਹਿਲਦੇ ਹੈ, ਜ਼ਬਾਨ ਬੋਲਦੀ ਹੈ। ਔਰ ਉਹ ਤਾਕਤ ਹੋਣ ਕਰਕੇ ਸਾਡਾ ਭੈਣ ਭਰਾ, ਯਾਰ ਦੋਸਤ ਸਭ ਆਦਰ ਮਾਨ ਕਰਦੇ ਹੈ। ਔਰ ਇਹ ਸਰੀਰ ਹਰ ਇੱਕ ਨੂੰ ਦੌੜਿਆ ਫਿਰਦਾ ਸੋਹਣਾ ਲੱਗਦਾ ਹੈ, ਅੱਛਾ ਲੱਗਦਾ ਹੈ। ਜਦ ਉਹ ਸ਼ਬਦ ਦੀ ਤਾਕਤ ਪਰਮਾਤਮਾ ਸਾਡੇ ਵਿੱਚੋਂ ਉਠਾ ਲੈਂਦਾ ਹੈ, ਇਹ ਜਿਤਨੇ ਵੀ ਕਲਪੁਰਜੇ ਹੈ ਸਾਰੇ ਬੇਕਾਰ ਹੋ ਜਾਂਦੇ ਹੈ, ਕੋਈ ਹਰਕਤ ਨਹੀਂ ਕਰਦਾਗਾ। ਔਰ ਇਹ ਸਰੀਰ ਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਤਨੇ ਵੀ ਸਾਡੇ ਪਿਆਰੇ ਯਾਰ ਦੋਸਤ, ਰਿਸ਼ਤੇਦਾਰ, ਭੈਣ ਭਰਾ ਹੁੰਦੇ ਹੈ, ਸਾਨੂੰ ਕੋਈ ਘੜੀ ਰੱਖਣ ਵਾਸਤੇ ਤਿਆਰ ਨਹੀਂਗਾ। ਔਰ ਕਬੀਰ ਸਾਹਿਬ ਕਹਿੰਦੇ ਆ, ਜਿਸ ਔਰਤ ਨਾਲ ਸਾਰੀ ਜ਼ਿੰਦਗੀ ਸਾਡਾ ਸਾਥ ਹੁੰਦਾ ਹੈ, ਉਹ ਵੀ ਜਦ ਉਹ ਸ਼ਬਦ ਸਾਡੇ ਵਿੱਚੋਂ ਉੱਠ ਜਾਂਦਾ ਹੈ, ਉਹ ਵੀ ਕਹਿੰਦੀ ਹੈ ਹੁਣ ਇਸ ਦੇ ਨਾਲ ਮੇਰਾ ਕੀ ਤੁਅਲਕ ਹੈ, ਇਸ ਨੂੰ ਜਲਦੀ ਜਲਦੀ ਦਿਨੇ ਦਿਨੇ ਇਸ ਦਾ ਸ਼ਿਕਾਰ ਕਰ ਦਿਓ, ਕਿਤੇ ਬੱਚੇ ਨਾ ਡਰ ਜਾਣ। ਇਸ ਵਾਸਤੇ ਮਹਾਤਮਾ ਪਿਆਰ ਦੇ ਨਾਲ ਸਮਝਾਉਂਦੇ ਆ, ਤਨ ਤੇ ਪ੍ਰਾਨ ਹੋਤ ਜਦ ਨਿਆਰੇ, ਢੇਰਤ ਪ੍ਰੇਤ ਪਕਾਰ, ਆਦ ਘੜੀ ਕੋ ਨਾ ਰਾਖੇ, ਘਰ ਸੇ ਦੇਤ ਨਕਾਰ। ਕਬੀਰ ਸਾਹਿਬ ਕਹਿੰਦੇ ਕੋਈ ਰੱਖਣ ਨੂੰ ਤਿਆਰ ਨਹੀਂਗਾ, ਇਸ ਵਾਸਤੇ ਸਭ ਕੱਢ ਦਿੰਦੇ ਹੈ। ਇਸ ਵਾਸਤੇ ਆਪ ਕਹਿੰਦੇ ਮੈਂ ਉਹ ਸ਼ਬਦ ਦੀ ਕੀ ਮਹਿਮਾ ਕਰਾਂ, ਕੀ ਬਿਆਨ ਕਰਾਂ। ਆਪ ਕਹਿਣ ਲੱਗੇ ਕਿ ਉਹ ਇਸ ਸੰਸਾਰ ਦੇ ਉੱਤੇ ਕੀ ਲੈਣ ਵਾਸਤੇ ਆਏ ਹੈ, ਜਿਨ੍ਹਾਂ ਨੂੰ ਉਹ ਪੂੰਜੀ ਸ਼ਬਦ ਨਾਮ ਦੀ ਨਹੀਂ ਮਿਲੀ। ਕਿਉਂਕਿ ਇਹ ਸੰਸਾਰ ਦੇ ਵਿੱਚੋਂ ਸਾਡੇ ਨਾਲ ਨਾ ਤਾਂ ਇਹ ਸਰੀਰ ਹੀ ਜਾਣਾ ਹੈ, ਜਿਸ ਦੇ ਵਿੱਚ ਬੈਠ ਕੇ ਅਸੀਂ ਕਿੰਨਾ ਹੰਕਾਰ ਕਰਦੇ ਹਾਂ, ਔਰ ਨਾ ਕਿਸੇ ਦੁਨੀਆ ਦੀ ਧਨ ਦੌਲਤ ਨੇ ਜਾਣਾ ਹੈ, ਨਾ ਕਿਸੇ ਪੁੱਤਰ ਧੀ ਨੇ ਸਾਡੇ ਸਾਥ ਜਾਣਾ ਹੈ। ਅਗਰ ਸਾਥ ਜਾਣ ਵਾਲੀ ਕੋਈ ਵਸਤੂ ਹੈ, ਉਹ ਸ਼ਬਦ ਹੈ, ਨਾਮ ਹੈ, ਜਿਨ੍ਹਾਂ ਨੇ ਸਾਨੂੰ ਬਖਸ਼ਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਬਿਨ ਨਾਮੇ ਕੋ ਸੰਗ ਨ ਸਾਥੀ, ਮੁਕਤੇ ਨਾਮ ਤੇ ਆਮਣਿਆ। ਆਪ ਕਹਿੰਦੇ ਭਰਾਵਾ, ਨਾਮ ਤੋਂ ਬਗੈਰ ਤੇਰਾ ਕੋਈ ਸੰਗੀ ਸਾਥੀ ਨਹੀਂ। ਮੁਕਤੀ ਜਦ ਮਿਲੇਗੀ ਸ਼ਬਦ ਨਾਮ ਦੀ ਕਮਾਈ ਨਾਲ ਹੀ ਮਿਲੇਗੀ ਜੀ। ਤੋਨੇ ਘਟ ਮੇ ਹਰ ਦਮ ਹੋ ਰਹੀ, ਕਿਉ ਸੁਨੇ ਨ ਬਾਣੀ ਸ਼ਬਦ ਕੀ। ਤੂੰ ਬੈਠ ਅਕੇਲਾ ਧਿਆਨ ਧਰ, ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਤਾਜੇ ਆਲਸ ਨਿੰਦਰਾ ਕਾਹਲੀ, ਤੂੰ ਲਗਨ ਲਗਾ ਲੈ ਸ਼ਬਦ ਕੀ। ਹੁਣ ਜਦੋਂ ਅਸੀਂ ਸ਼ਬਦ ਨਾਮ ਦੀ ਕਮਾਈ ਕਰਨ ਲੱਗਦੇ ਹਾਂ, ਮਨ ਸਾਡੇ ਅੰਦਰ ਦੋ ਚੀਜ਼ਾਂ ਪੈਦਾ ਕਰਦਾ ਹੈ। ਜਾਂ ਤਾਂ ਆਲਸ ਪੈਦਾ ਕਰਦਾ ਹੈ, ਅਸੀਂ ਇੱਕ ਦਿਨ ਭਜਨ ਕਰਦੇ ਹਾਂ, 10 ਦਿਨ ਫੇਰ ਨਹੀਂ ਕਰਦੇ, 10 ਦਿਨ ਕਰਦੇ ਹਾਂ, 20 ਦਿਨ ਫੇਰ ਨਾਗਾ ਪਾ ਦਿੰਦੇ ਹਾਂ, ਅਭਿਆਸ ਲਗਾਤਾਰ ਨਹੀਂ ਕਰਦੇਗੇ। ਜਾਂ ਮਨ ਨੂੰ ਇਜਾਜ਼ਤ ਦੇ ਦਿੰਦੇ ਹਾਂ ਤੀਸਰੇ ਤਿਲ ਤੋਂ ਥੱਲੇ ਉਤਰਨ ਦੀ, ਉਹ ਦੁਨੀਆ ਦੇ ਵਿੱਚ ਭਟਕਦਾ ਰਹਿੰਦਾ ਹੈ। ਜਦ ਅਸੀਂ ਆਪਣੇ ਮਨ ਨੂੰ ਇਹ ਇਜਾਜ਼ਤ ਦੇ ਦਿੰਦੇ ਹਾਂ ਨਵਾਂ ਦੁਆਰਿਆਂ ਦੇ ਵਿੱਚ ਭਟਕਣ ਦੀ, ਅਸੀਂ ਆਪਣੀ ਸਾਰੀ ਸ਼ਕਤੀ ਨੂੰ ਬਰਬਾਦ ਕਰ ਰਹੇ ਹੁੰਦੇ ਹਾਂ, ਗੁਆ ਰਹੇ ਹੁੰਦੇ ਹਾਂ। ਇਸ ਵਾਸਤੇ ਜਦ ਅਸੀਂ ਅਭਿਆਸ ਕਰਨਾ ਹੈ, ਮਨ ਨੂੰ ਬਾਹਰ ਨਾ ਭਟਕਣ ਦਿਓ, ਇਸ ਨੂੰ ਇਕਾਗਰ ਕਰੋ। ਆਪ ਕਹਿਣ ਲੱਗੇ ਕਿ ਫਿਰ ਜੇ ਅਸੀਂ ਥੋੜਾ ਬਹੁਤਾ ਅਭਿਆਸ ਕਰਦੇ ਵੀ ਹੈ ਲਗਾਤਾਰ, ਮਹੀਨਾ 2 ਮਹੀਨੇ, ਤਾਂ ਸਾਡੇ ਅੰਦਰ ਮਨ ਕਾਹਲੀ ਪੈਦਾ ਕਰ ਦਿੰਦਾ ਹੈ। ਲਓ ਜੀ, ਮਹੀਨਾ ਹੋ ਗਿਆ, ਕੋਈ ਦਿਸਿਆ ਹੀ ਨਹੀਂਗਾ ਔਰ ਅਸੀਂ ਤਾਂ ਕੁਝ ਦੇਖਿਆ ਹੀ ਨਹੀਂਗਾ। ਅਗਰ ਜੇ ਅਸੀਂ ਕੁਝ ਦੇਖ ਵੀ ਲਈਏ, ਫਿਰ ਅਸੀਂ ਲੋਕਾਂ ਦੇ ਅੱਗੇ ਕੀ ਕਰਦੇ ਹਾਂ, ਮੈਂ ਜੀ ਜੋਤ ਦੇਖ ਰਿਹਾ ਹੈ, ਮੈਂ ਇਤਨਾ ਕੁਝ ਦੇਖ ਰਿਹਾ ਹੈ। ਜਾਂ ਲੋਕਾਂ ਤੋਂ ਮੱਥੇ ਟਿਕਾਉਣ ਦੀ ਖਾਤਰ, ਮਾਨ ਵਡਿਆਈ ਦੀ ਖਾਤਰ ਅਸੀਂ ਕਦੇ ਕਿਸੇ ਦਾ ਲੜਕਾ ਠੀਕ ਕਰ ਦਿੱਤਾ, ਜਾਂ ਕਿਸੇ ਨੂੰ ਹੋਰ ਬਿਮਾਰੀ ਹੈ ਉਸ ਨੂੰ ਅਸੀਂ ਹੱਥ ਲਾ ਕੇ ਠੀਕ ਕਰ ਦਿੱਤਾ। ਇਸ ਵਾਸਤੇ ਸਾਨੂੰ ਪਤਾ ਹੀ ਹੈ ਉਹ ਸਾਡੀ ਜਿਹੜੀ ਕਮਾਈ ਹੈ ਉਹ ਸਾਡੀ ਖਰਚ ਹੋਣੀ ਹੈ, ਔਰ ਉਸ ਦੇ ਬੁਰੇ ਕਰਮ ਜਿਹੜੇ ਆ ਅਸੀਂ ਚੁੱਕਣੇ ਹੈ। ਇਸ ਵਾਸਤੇ ਆਪ ਕਹਿਣ ਲੱਗੇ ਸਾਨੂੰ ਇਹ ਦੋਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਅੰਦਰ ਆਲਸ ਨਹੀਂ ਆਉਣ ਦੇਣਾ ਚਾਹੀਦਾਗਾ, ਔਰ ਆਪ ਦੇ ਅੰਦਰ ਕਾਹਲੀ ਪੈਦਾ ਨਹੀਂ ਹੋਣ ਦੇਣੀ ਚਾਹੀਦੀਗੀ। ਸਹਿਜ ਪੱਕੇ ਸੋ ਮੀਠਾ। ਆਪ ਕਹਿਣ ਲੱਗੇ ਜੋ ਸਹਿਜੇ ਸਹਿਜੇ ਸਾਡੇ ਅੰਦਰ ਪ੍ਰਗਟ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਉਹ ਸਤਿਗੁਰਾਂ ਦੀ ਤਰਫੋਂ ਹੁੰਦਾ ਹੈ। ਕਾਲੀ ਦੀ ਤਰਫ ਜਿਹੜਾ ਅਸੀਂ ਕਦਮ ਪੁੱਟਦੇ ਹਾਂ ਉਹ ਕਾਲ ਦੀ ਤਰਫੋਂ ਹੁੰਦਾ ਹੈ। ਉਹ ਜੋ ਕਾਲ ਦੀ ਤਰਫੋਂ ਹੋਏਗਾ ਉਹ ਸਦਾ ਕਾਇਮ ਨਹੀਂ ਰਹਿੰਦਾਗਾ ਜੀ।
ताज आलस निंद्रा कहली, तू लगन लगा ले शब्द के। पांच शब्द घट में बजे, यह निर्णय कर ले शब्द के। स्वामी जी महाराज कहते हैं कि ये तू खुद देख लै, अंदर वड़ देख किस तरह परमात्मा तेरे अंदर एक नहीं पंज शब्द बजा रहा है। सब संतां ने पंजां शब्दां दा जिक्र किया है। गुरु नानक साहिब भी कहते हैं सब सखियां पंचे मिले, गुरमुख निज कर वास, शब्द खोज जो कर ले नानक तांका दास। इत्थे सवाल पैदा हुंदा है कि शब्द तो इको ही है जो सचखंड तो उठदा है, साडे मत्थे दे पिछे तुनकारा दे रहा है। महात्मा ने उसनूं पंज शब्द करके क्यों बयान किया है? क्योंकि साडी वो पंजां मंजिलां दे विच दी गुजरदा है, इस वास्ते उन्होंने पंज शब्द करके बयान किया है। जिथों दरिया निकलदा है उसकी होर आवाज़ हुंदी है, जदों उही पानी पत्थरां विच आके वजदा है, पत्थरां दे नाल टकरा के उहदी होर आवाज़ हो जाती है। जद साफ जमीन दे उत्ते आ जांदा है पानी, उहदी होर आवाज़ हुंदी है। जद उही पानी दे विच जाके वजदा है, मिलदा है, उदों कोई होर आवाज़ हो जाती है। पानी एक ही है, लेकिन जैसी जैसी उसनूं जमीन मिलती है वैसी वैसी उसके अंदर तब्दीली आ जाती है। इसे तरह शब्द तो एक ही है, सचखंड तो उठदा और साडे मत्थे दे पिछे तुनकारा दिंदा है, लेकिन पंजां मंजिलां भी दी गुजरन होण करके उसनूं पंज शब्द करके बयान किया है। इस वास्ते स्वामी जी महाराज कहते हैं तुसीं खुद जाके अंदर देख लो कि वो शब्द तो एक ही है, लेकिन पंज मंजिलां भी दी गुजरन होण करके उन्होंने पंज शब्द करके बयान किया है जी। पांच शब्द घट में बजे, यह निर्णय कर ले शब्द के। गुरु ज्ञान बताया शब्द का, तू हो जा ध्यानी शब्द की। हुण आप प्यार दे नाल समझाउंदे आ, संत महात्मा ना तो कोई पहली बनी समाज किसी दी तोड़दे है, ना कोई नवीं बनाउण वास्ते आउंदे है, ना वो सानू हिंदुआं तो सिख बनने वास्ते उपदेश करदे है, ना सिखां तो ईसाई बनने वास्ते उपदेश करदे है। वो महात्मा सानू बड़े प्यार नाल समझाउंदे है, साडा सब दा इक्को ही पिता परमात्मा है, असीं सारे उस दे बच्चे हैं। ये तो असीं मन दे मगर लग के कौमां मजहब बना के एवें एक दूसरे दे नाल लड़दे पिटदे हैं। सो इस वास्ते आप प्यार दे नाल समझाउंदे है कि सतगुरु आके हमेशा ही सब समाजां दे ओह आदर करदे है, मान करदे है। फर्क इतना ही हुंदा है कि महात्मा दे सत्संग अंदर कोई रीति रिवाज नहीं हुंदागा, वो प्रैक्टिकल करा दिंदे है। असीं जितने भी समाजां दे विच बैठे हैं, असीं रीति रिवाज कर्म कांड दे विच उलझे हुए हैं। कर्म कांड जितना भी असीं बाहर करते हैं, ये की है? ये पानी दे विच मधानी पाई हुई है, पानी नूं रिड़क रहे हैं। पानी दे विचों की निकलेगा? झग पैदा हो सकती है, उहदे विचों मक्खण नहीं निकलदागा। दुध नूं रिड़कांगे उहदे विचों मक्खण निकल आएगा। शब्द नाम की कमाई जो है ये मक्खण प्राप्त कर रहे हुन्ने हैं, और जिहड़ा असीं कर्म कांड कर रहे हुन्ने हैं वो एक किस्म की पानी दे विच मधानी पाई हुंदी है। महात्मा सानू प्यार नाल समझाउंदे है, बाहर जो कुछ भी है वो छिलका है, अंदर गिरी है छिलके दे। महात्मा साडी बाहरों नज़र नूं हटा के उस गिरी शब्द नाम दे उत्ते ला दिंदे है, क्योंकि परमात्मा साडे अंदर है। इस वास्ते ना तां कदे किसी नूं बाहरों अज ताईं मिलिया ना मिल ही सकदा है। गुरु साहब कहंदे आ सब कुछ घर में बाहर टोला सो परम पलाही। कबीर साहब कहंदे आ भरावा अगर तू मिल सकदा है तो उस नूं मिल। इस वास्ते स्वामी जी महाराज कहंदे आ गुर ज्ञान बताया शब्द। संत सतगुरु आके सानू रीति रिवाज दे विच नहीं अलझाउंदे गे, वो शब्द नाम की कमाई दे उत्ते जोर लाउंदे है। लेकिन साडा की फर्ज है, जद गुरुआं तो नामदान प्राप्त कर लेने हैं, जो कुछ भी असीं पहलां पूजा पाठ करते हैं उसनूं ठप के रख देना चाहिए है। उधर फिर तवज्जो तक भी नहीं देनी चाहिए। स्वामी जी महाराज अपनी बाणी दे विच लिखदे है, जद जीव शरण गुरु दी आए, कर्म धर्म सब परम नसाए, जो मार्ग गुरु दे बताई, सोई कर्म धर्म हुआ भाई।
ਆਪ ਕਹਿਣ ਲੱਗੇ ਪਹਿਲੀ ਜ਼ਿੰਦਗੀ 'ਚ ਜੋ ਕੁਝ ਵੀ ਕੀਤਾ ਸੋ ਕੀਤਾ, ਜਦ ਗੁਰੂ ਤੋਂ ਨਾਮਦਾਨ ਪ੍ਰਾਪਤ ਕਰ ਲਿਆ, ਜਿਹੜਾ ਰਸਤਾ ਗੁਰੂ ਦੱਸਦਾ ਹੈ ਉਹੀ ਅਖਤਿਆਰ ਕਰ ਲੋ। ਉਹੀ ਸੇਵਕ ਵਾਸਤੇ ਕਰਮ ਹੈ, ਉਹੀ ਧਰਮ ਹੈ। ਸ਼ਬਦ ਨਾਮ ਦੀ ਕਮਾਈ ਦੇ ਵਿੱਚ ਸਭ ਕਮਾਈਆਂ ਆ ਜਾਂਦੀਆਂ ਹੈ। ਜਦੋਂ ਸਾਡੀ ਸੁਰਤ ਉਹ ਸ਼ਬਦ ਨੂੰ ਪਕੜ ਲੈਂਦੀ ਹੈ, ਜਪ ਤਪ ਪੂਜਾ ਪਾਠ ਸਭ ਦਾ ਫਲ ਸਾਨੂੰ ਮਿਲ ਜਾਂਦਾ ਹੈ, ਸਾਰੇ ਹੀ ਹੋ ਜਾਂਦੇ ਹੈ ਜੀ। गुरु ज्ञान बताया शब्द का, तू हो जा ध्यानी शब्द के। मैं शब्द शब्द बहुत कहा, कोई न माने शब्द के। जन्म कारथ खो दिया, जो चढ़े न काटी शब्द की। ਹੁਣ ਆਪ ਪਿਆਰ ਦੇ ਨਾਲ ਸਮਝਾਉਂਦੇ ਹੈ ਕਿ ਪ੍ਰਮਾਤਮਾ ਨੇ 84 ਲੱਖ ਜੀਆ ਜੂਨ ਭੁਗਤਣ ਤੋਂ ਬਾਅਦ ਇਨਸਾਨ ਦਾ ਜਾਮਾ ਦਿੱਤਾ, ਇਹ ਮੌਕਾ ਦਿੱਤਾ ਸ਼ਬਦ ਨਾਮ ਦੀ ਕਮਾਈ ਦਾ, ਆਪਣੇ ਨਾਲ ਮਿਲਾਪ ਦਾ। ਅਗਰ ਅਸੀਂ ਇਨਸਾਨ ਦੇ ਜਾਮੇ ਵਿੱਚ ਆ ਕੇ ਸ਼ਬਦ ਨਾਮ ਪ੍ਰਾਪਤ ਨਾ ਕੀਤਾ, ਆਪ ਕਹਿਣ ਲੱਗੇ ਅਸੀਂ ਇਹ ਅਮੋਲਕ ਸਮੇਂ ਨੂੰ ਆਪਣੇ ਹੱਥ ਵਿੱਚੋਂ ਖੋ ਰਹੇ ਹਾਂ ਜੀ। मैं शब्द शब्द बहुत कहा, कोई न माने शब्द की। जन्म कारथ खो दिया, जो चढ़े न काटी शब्द की। राधा स्वामी कह कह चुप हुए, बिन पाग न तारा शब्द की। ਹੁਣ ਸਵਾਮੀ ਜੀ ਮਹਾਰਾਜ ਨੇ ਸਾਨੂੰ ਛੋਟੇ ਜਿਹੇ ਸ਼ਬਦ ਦੇ ਅੰਦਰ ਬੜੇ ਪਿਆਰ ਨਾਲ ਸ਼ਬਦ ਨਾਮ ਦੀ ਮਹਿਮਾ ਸੁਣਾਈ। ਕਿਸ ਤਰ੍ਹਾਂ ਸ਼ਬਦ ਸਾਰੇ ਸੰਸਾਰ ਨੂੰ ਪਾਲਦਾ ਹੈ, ਲੈ ਕਰਦਾ ਹੈ, ਉਹ ਸਾਡੀ ਸਾਹ ਸਾਹ ਨਾਲ ਰੱਖਿਆ ਕਰ ਰਿਹਾ ਹੈ। ਉਹ ਬਹੁਤ ਉੱਚੇ ਭਾਗਾਂ ਵਾਲੇ ਜੀਵ ਹੈ ਜੋ ਸ਼ਬਦ ਨਾਮ ਪ੍ਰਾਪਤ ਕਰਦੇ ਹੈ। ਜ਼ਿੰਦਗੀ ਦੇ ਅੰਦਰ ਜਿਨ੍ਹਾਂ ਨੂੰ ਸ਼ਬਦ ਸਰੂਪੀ ਸ਼ਬਦ ਅਭਿਆਸੀ ਸਤਿਗੁਰੂ ਮਿਲ ਜਾਂਦਾ ਹੈ, ਉਹ ਬਹੁਤ ਉੱਚੇ ਭਾਗਾਂ ਵਾਲੇ ਹੈ। ਉਹ ਉਦੋਂ ਵੀ ਉੱਚੇ ਭਾਗਾਂ ਵਾਲੇ ਹੈ ਜਿਹੜੇ ਉਹਨਾਂ ਦੇ ਦਿੱਤੇ ਹੋਏ ਨਾਮ ਸ਼ਬਦ ਦੀ ਕਮਾਈ ਕਰਦੇ ਹੈ। ਆਪ ਕਹਿਣ ਲੱਗੇ ਕਿ ਮਨ ਜਿਹੜਾ ਹੈ ਇਹ ਕਾਲ ਦਾ ਏਜੰਟ ਹੈ। ਇਹ ਜਦੋਂ ਅਸੀਂ ਸ਼ਬਦ ਨਾਮ ਦੀ ਕਮਾਈ ਕਰਦੇ ਹਾਂ, ਇਹ ਸਾਡੇ ਅੰਦਰ ਨਿੰਦਰਾ ਜਾਂ ਆਲਸ ਪੈਦਾ ਕਰਦਾ ਹੈ ਜਾਂ ਕਾਹਲੀ ਪੈਦਾ ਕਰਦਾ ਹੈ। ਇਸ ਵਾਸਤੇ ਆਪ ਕਹਿੰਦੇ ਉਹ ਬਹੁਤ ਵੱਡੇ ਭਾਗਾਂ ਵਾਲੇ ਜੀਵ ਹਨ ਜੋ ਸ਼ਬਦ ਨਾਮ ਦੀ ਕਮਾਈ ਕਰਦੇ ਹੈ। ਆਖਰ ਆਪ ਕਹਿੰਦੇ ਬਿਨਾਂ ਭਾਗਾਂ ਤੋਂ ਸ਼ਬਦ ਨਹੀਂ ਮਿਲਦਾਗਾ, ਬਗੈਰ ਭਾਗਾਂ ਤੋਂ ਗੁਰੂ ਨਹੀਂ ਮਿਲਦਾਗਾ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਗੁਰੂ ਅਮਰਦੇਵ ਜੀ ਮਹਾਰਾਜ, ਅਨੇਕ ਜੂਨੀ ਭਰਮ ਆਏ, ਬਿਨ ਸਤਿਗੁਰ ਮੁਕਤ ਨਾ ਪਾਏ, ਫੇਰ ਮੁਕਤ ਪਾਏ ਲੱਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਆਪ ਕਹਿਣ ਲੱਗੇ ਭਰਾਵਾ, ਜਿੰਨਾ ਜਨਮਾਂ 'ਚ ਤੇਰੀ ਮਰਜ਼ੀ ਹੈ ਤੂੰ ਜਾਇਆ, ਮੁਕਤੀ ਆਖਰ ਸ਼ਬਦ ਨਾਮ ਦੀ ਕਮਾਈ ਦੇ ਨਾਲ ਹੀ ਹੋਏਗੀ। ਗੁਰੂ ਬਗੈਰ ਨਾਮ ਨਹੀਂ ਮਿਲਦਾ, ਨਾਮ ਤੋਂ ਬਗੈਰ ਮੁਕਤੀ ਨਹੀਂ ਗੀ। ਇਸ ਵਾਸਤੇ ਸਾਨੂੰ ਵੀ ਚਾਹੀਦਾ ਹੈ ਸਵਾਮੀ ਜੀ ਮਹਾਰਾਜ ਦੇ ਕਹਿਣ ਦੇ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰੀਏ, ਆਪਣੇ ਜੀਵਨ ਨੂੰ ਉੱਚਾ ਔਰ ਸੁੱਚਾ ਬਣਾਈਏ ਔਰ ਆਪਣੀ ਆਤਮਾ ਦੇ ਉੱਤੇ ਰਹਿਮ ਕਰੀਏ, ਸ਼ਬਦ ਨਾਮ ਦੀ ਕਮਾਈ ਕਰੀਏ। जन्म कारथ खो दिया, जो चढ़े न काटी शब्द की। राधा स्वामी कह कह चुप हुए, बिन पाग न तारा शब्द की।